ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। SMC USA ਮਿਸ਼ਨਰੀ ਕਾਲਜ ਦੀ ਕਲਾਸ ਜਿਹੜੀ ਹੈ ਉਹਦੇ ਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੰਗਤ ਜੀ, ਹਰ ਵੀਰਵਾਰ ਨੂੰ ਇਤਿਹਾਸ ਦਾ ਕੋਈ ਇੱਕ ਪੰਨਾ ਜਿਹੜਾ ਉਹ ਆਪ ਦੇ ਸਾਹਮਣੇ ਲਿਆਂਦਾ ਜਾਂਦਾ ਔਰ ਕਾਫੀ ਸਮੇਂ ਤੋਂ ਇਹ ਸੇਵਾ ਸਤਿਜਿੰਦਰ ਸਿੰਘ ਜੀ ਕਰ ਰਹੇ ਨੇ। ਅੱਜ ਦਾ ਜਿਹੜਾ ਵਿਸ਼ਾ ਹੈ ਬਹੁਤ ਹੀ ਅਹਿਮ ਹੈ ਕਿ ਕਬ ਤੱਕ ਕੇ ਵਿਸਾਖ, ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਆਗਮਨ ਹੈ ਉਹ ਕੱਤਕ ਵਿੱਚ ਹੈ ਕਿ ਵਿਸਾਖ, ਕਿਉਂਕਿ ਮਨਾਇਆ ਕੱਤਕ ਜਾਂਦਾ ਹੈ ਪਰ ਉਂਝ ਤਰੀਕਾਂ ਦੇ ਮੁਤਾਬਕ ਉਹ ਅਪ੍ਰੈਲ ਵਿਸਾਖ ਬਣਦਾ। ਤੋ ਇਹ ਜਿਸ ਵੇਲੇ ਈਵਨ ਨਾਨਕਸ਼ਾਹੀ ਕੈਲੰਡਰ ਬਣਿਆ ਉਸ ਵੇਲੇ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਦਿਨ ਇਹਨੂੰ ਅਜੇ ਐਜ਼ ਇਟ ਇਜ਼ ਰਹਿਣ ਦਿੱਤਾ ਵੀ ਇਹਦਾ ਇਹ ਫੈਸਲਾ ਫਿਰ ਕਰਾਂਗੇ। ਤੋ ਸਮਾਂ ਤੇ ਸਦੀਆਂ ਦੀਆਂ ਸਦੀਆਂ ਬੀਤ ਰਹੀਆਂ ਨੇ ਪਰ ਇਹਦਾ ਫੈਸਲਾ ਨਹੀਂ ਹੋ ਸਕਿਆ। ਕਾਰਨ ਕੀ ਹੈ ਔਰ ਕਿਉਂ ਹੈ? ਇਹਦੇ ਕੁਝ ਕਾਰਨ ਜਿਹੜੇ ਨੇ, ਵਿਸ਼ਾ ਤਾਂ ਬੜਾ ਲੰਬਾ ਹੈ ਪਰ ਸਤਿਜਿੰਦਰ ਸਿੰਘ ਜੀ ਸਾਡੇ ਨਾਲ ਸਾਂਝੇ ਕਰਨਗੇ। ਤੋ ਆਓ ਆਪਾਂ ਨੂੰ ਪਰਸੋਂ ਸਰਵਣ ਕਰਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿਹੜਾ ਆਗਮਨ ਹੈ ਕੱਤਕ ਚ ਹੈ ਕਿ ਵਿਸਾਖ ਚ ਹੈ ਤੇ ਕਦ ਮਨਾਉਣਾ ਚਾਹੀਦਾ। ਮੈਂ ਬੇਨਤੀ ਕਰ ਰਿਹਾ ਸਤਿਜਿੰਦਰ ਸਿੰਘ ਜੀ ਨੂੰ, ਉਹ ਕਿਰਪਾ ਕਰੋ ਇਸ ਵਿਸ਼ੇ ਤੇ ਚਾਨਣਾ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੀ ਗੁਰਮਤਿ ਕਲਾਸ USA ਦੇ ਵਿੱਚ ਦੇਸ਼ ਪ੍ਰਦੇਸ਼ਾਂ ਤੋਂ ਜੁੜੇ ਹੋਏ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ ਕਹਿੰਦਾ ਹੋਇਆ ਅੱਜ ਦਾ ਜੋ ਵਿਸ਼ਾ ਹੈ ਕੱਤਕ ਕੇ ਵਿਸਾਖ, ਉਸ ਨੂੰ ਆਰਾਮ ਕਰਨ ਦੀ ਆਪਸ ਨੂੰ ਦੋ ਹੱਥ ਜੋੜ ਕੇ ਅਸੀਸ ਮੰਗਦਾ ਹਾਂ। ਜਿਵੇਂ ਕਿ ਵੀਰ ਜੀ ਨੇ ਆਪਣੇ ਓਪਨਿੰਗ ਰਿਮਾਰਕਸ ਵਿੱਚ ਦੱਸਿਆ ਹੈ ਕਿ ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ, ਉਸ ਬਾਰੇ ਅਸੀਂ ਵਿਚਾਰ ਕਰਨੀ ਹੈ ਕਿ ਸਿੱਖ ਪੰਥ ਵਿੱਚ ਜੋ ਵਿਦਵਾਨਾਂ ਨੇ ਖੋਜ ਕੀਤੀ ਹੈ ਉਸ ਮੁਤਾਬਕ ਇਸ ਨਿਰਣੇ ਤੇ ਪਹੁੰਚੇ ਹਨ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪੁਰਬ ਜਿਹੜਾ ਹੈ ਉਹ ਵਿਸਾਖ ਸੂਦੀ 3 ਸੰਮਤ 1526 ਮੁਤਾਬਕ ਅਪ੍ਰੈਲ 1469 ਦਾ ਹੈ। ਪਰ ਇਸ ਨੂੰ ਕਾਫੀ ਸਮੇਂ ਤੋਂ ਕੱਤੇ ਦੀ ਪੂਰਨਮਾਸ਼ੀ ਨੂੰ ਮਨਾਇਆ ਜਾ ਰਿਹਾ ਹੈ ਔਰ ਇਸ ਤੇ ਜਿਵੇਂ ਵੀਰ ਜੀ ਨੇ ਕਿਹਾ ਹੈ ਕਿ ਯਤਨ ਵੀ ਹੋਏ ਹਨ ਇਸ ਨੂੰ ਕਰੈਕਟ ਕਰਨ ਦੇ, ਲੇਕਿਨ ਪੰਥ ਵਿੱਚ ਹਾਲੀ ਵੀ ਇਹ ਜਿਹੜੀ ਡਿਫਰੈਂਸ ਆਫ ਓਪੀਨੀਅਨ ਜਾਂ ਦੁਬਦਾ ਚਲੀ ਆ ਰਹੀ ਹੈ ਔਰ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਸਾਲ ਉਹ ਕੱਤਕ ਵਿੱਚ ਵੀ ਨਹੀਂ ਆਇਆ ਤੇ ਉਹ ਮੱਘਰ ਦੇ ਵਿੱਚ ਜਿਹੜਾ ਮਹੀਨਾ ਹੈ ਕੱਤਕ ਤੋਂ ਬਾਅਦ ਜਿਹੜਾ ਹੁੰਦਾ ਹੈ ਉਹਦੇ ਵਿੱਚ ਆਇਆ ਹੈ। ਉਹ ਜਿਹੜੀ ਵੀ ਵਿਚਾਰਾਂ ਇਸ ਨੂੰ ਕੱਤਕ ਵਿੱਚ ਮਨਾਉਣ ਦੇ ਨਾਲ ਜੁੜੀਆਂ ਹੋਈਆਂ ਸਨ ਉਹ ਇੱਕਦਮ ਹੀ ਖਾਰਜ ਹੋ ਜਾਂਦੀਆਂ ਹਨ, ਕਿਉਂਕਿ ਜਿਹੜੇ ਕੱਤਕ ਦੀ ਪੂਰਨਮਾਸ਼ੀ ਨੂੰ ਜਿਹੜੇ ਸਾਡੇ ਸਨਾਤਨੀ ਵੀਰ ਇਸ਼ਨਾਨ ਕਰਦੇ ਸਨ, ਮੇਲੇ ਲਾਉਂਦੇ ਸਨ, ਉਹਨਾਂ ਨੇ ਹੀ ਇਸ ਨੂੰ ਕਿਸੇ ਤਰੀਕੇ ਦੇ ਨਾਲ ਆਪਣੇ ਸਮਾਜ ਨਾਲ ਜੋੜਨ ਵਾਸਤੇ ਸਿੱਖਾਂ ਨੂੰ ਉਹਨਾਂ ਨੇ ਇਹ ਜਿਹੜੀ ਹੈ ਚਾਲ ਚੱਲੀ ਹੈ। ਤੋ ਲੇਕਿਨ ਹੁਣ ਸਾਨੂੰ ਜ਼ਰੂਰਤ ਹੈ ਕਿ ਅਸੀਂ ਅਲਰਟ ਹੋਈਏ ਤੇ ਜੋ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਜਿਹੜਾ ਵਿਸਾਖ ਸੂਦੀ 3 ਨੂੰ ਸੰਮਤ 1526 ਅਪ੍ਰੈਲ 1469 ਨੂੰ ਹੋਇਆ ਹੈ, ਉਸ ਮੁਤਾਬਕ ਅਸੀਂ ਇਸ ਪੁਰਬ ਨੂੰ ਮਨਾਈਏ। ਔਰ ਇਤਿਹਾਸ ਇਹ ਦੱਸਦਾ ਹੈ ਕਿ ਉਸ ਦਿਨ 15 ਅਪ੍ਰੈਲ 1469 ਦਾ ਦਿਨ ਸੀ ਜਿਸ ਦਿਨ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਹੋਇਆ। ਤੋ ਆਓ ਉਸ ਦੀ ਥੋੜੀ ਬੈਕਗਰਾਉਂਡ ਵਿੱਚ ਆਪ ਜੀ ਦੇ ਨਾਲ ਵਿਚਾਰ ਕਰੀਏ ਕਿ ਦੁਨੀਆ ਦੇ ਕਿਸੇ ਵੀ ਰਹਿਬਰ ਦਾ ਫਾਊਂਡਰ ਜਿਹੜਾ ਹੋਵੇ, ਜਿਹਨੇ ਉਸ ਧਰਮ ਦੀ ਜਾਂ ਉਸ ਪ੍ਰਥਾ ਦੀ ਨੀਂਹ ਰੱਖੀ ਹੋਵੇ, ਉਸ ਬਾਰੇ ਹੀ ਅਗਰ ਕਨਫਿਊਜ਼ਨ ਹੋਵੇ ਤਾਂ ਇੱਕ ਬੜਾ ਗਲਤ ਸਿਗਨਲ ਜਿਹੜਾ ਹੈ ਉਹ ਧਰਮ ਦੀ ਦੁਨੀਆ ਦੇ ਵਿੱਚ ਜਿਹੜਾ ਹੈ ਉਹ ਜਾਂਦਾ ਹੈ।
ਜ਼ਾਹਰ ਪੀਰ ਜਗਤ ਗੁਰੂ ਬਾਬਾ ਹਜ਼ੂਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਬਾਰੇ ਤਾਂ ਇਤਿਹਾਸਕਾਰ ਸਿੱਖ ਵਿਦਵਾਨਾਂ ਵਿੱਚ ਹੁਣ ਕੋਈ ਦੋ ਰਾਵਾਂ ਨਹੀਂ ਹਨ ਕਿ ਉਹਨਾਂ ਦਾ ਜਨਮ ਵਿਸਾਖ ਸੁਦੀ 3 ਸੰਮਤ 1526 ਅਪ੍ਰੈਲ ਸਨ 1469 ਦਾ ਹੈ ਜਾਂ ਕੱਤਕ ਦੀ ਪੂਰਨਮਾਸ਼ੀ ਦਾ। ਇਸ ਬਾਰੇ ਕੋਈ ਵਿਸ਼ੇਸ਼ ਵਿਸਤਾਰ ਦੇਣ ਦੀ ਲੋੜ ਨਹੀਂ ਜਾਪਦੀ, ਕਿਉਂਕਿ ਵੱਖ-ਵੱਖ ਜਥੇਬੰਦੀਆਂ ਦੇ ਪ੍ਰਤੀਨਿਧਾਂ ਅਤੇ ਵਿਦਵਾਨਾਂ ਦੀਆਂ ਵਿਸ਼ੇਸ਼ ਬੈਠਕਾਂ ਦੁਆਰਾ ਲੰਬੀ ਚੌੜੀ ਵਿਚਾਰ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਨਾਨਕਸ਼ਾਹੀ ਕੈਲੰਡਰ ਵਿੱਚ ਵੀ ਇਸ ਹਕੀਕਤ ਨੂੰ ਪ੍ਰਵਾਨ ਕਰ ਲਿਆ ਗਿਆ। ਹਾਂ, ਇਹ ਇੱਕ ਵੱਖਰੀ ਗੱਲ ਹੈ ਕਿ ਆਗਮਨ ਪੁਰਬ ਦਾ ਦਿਹਾੜਾ ਪਹਿਲੀ ਵਿਸਾਖ ਨਿਯਤ ਕਰਕੇ ਵੀ ਅਜੇ ਰਾਜਨੀਤਿਕ ਅਤੇ ਸੰਪਰਦਾਇ ਪ੍ਰਭਾਵ ਹੇਠ ਇਤਿਹਾਸਕ ਸੱਚਾਈ ਦੇ ਉਲਟ ਕੱਤੇ ਦੀ ਪੂਰਨਮਾਸ਼ੀ ਨੂੰ ਹੀ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਮਨਾਇਆ ਜਾ ਰਿਹਾ ਹੈ। ਇਸ ਬਾਰੇ ਇਤਿਹਾਸ ਦੀਆਂ ਕੁਝ ਗਵਾਹੀਆਂ ਆਪ ਜੀ ਦੇ ਨਾਲ ਸਾਂਝਾ ਕਰਦਾ ਹਾਂ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ 18ਵੀਂ ਸਦੀ ਦੇ ਅੰਤਲੇ ਦਹਾਕੇ ਸਨ 1790 ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਗਭਗ 20ਵੀਂ ਸਦੀ ਦੇ ਆਰੰਭਕ ਦਹਾਕੇ ਤੱਕ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਪੁਰਬ ਵਿਸਾਖ ਵਿੱਚ ਹੀ ਮਨਾਇਆ ਜਾਂਦਾ ਸੀ। ਇਹ ਨੋਟ ਕਰਨ ਵਾਲੀ ਗੱਲ ਹੈ ਕਿ 18ਵੀਂ ਸਦੀ ਦੇ ਅੰਤਲੇ ਦਹਾਕੇ 1790 ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਲਗਭਗ 20ਵੀਂ ਸਦੀ ਦੇ ਆਰੰਭਕ ਦਹਾਕੇ ਤੱਕ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਆਗਮਨ ਪੁਰਬ ਵਿਸਾਖ ਵਿੱਚ ਹੀ ਮਨਾਇਆ ਜਾਂਦਾ ਸੀ, ਕਿਉਂਕਿ ਮਿਸਟਰ ਮੈਕਾਲਕ ਮੁਤਾਬਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇੱਥੋਂ ਦੇ ਪ੍ਰਮੁੱਖ ਜੋ ਉਸ ਵੇਲੇ ਗਿਆਨੀ ਸੰਤ ਸਿੰਘ ਜੀ ਨਿਰਮਲੇ ਸਨ, ਉਹਨਾਂ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਦੀ ਰੀਤ ਸ਼ੁਰੂ ਕੀਤੀ ਅਤੇ ਆਪ ਨੇ ਉਸ ਵੇਲੇ ਦੇ ਰਾਜਸੀ ਪ੍ਰਭਾਵਾਂ ਦੀ ਵਰਤੋਂ ਕਰਕੇ ਹੋਰਨਾਂ ਗੁਰਸਥਾਨਾਂ ਵਿੱਚ ਵੀ ਐਸਾ ਰਿਵਾਜ ਪਾ ਦਿੱਤਾ। ਪਰ ਅਜਿਹਾ ਹੋਣ ਦੇ ਬਾਵਜੂਦ ਵੀ 100 ਸਾਲ ਤੋਂ ਵਧੇਰੇ ਸਮੇਂ ਤੱਕ ਸਤਿਗੁਰੂ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਹ ਰੀਤ ਚਾਲੂ ਨਾ ਕੀਤੀ ਜਾ ਸਕੀ ਤੇ ਉੱਥੇ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਵਿਸਾਖ ਵਿੱਚ ਹੀ ਮਨਾਇਆ ਜਾਂਦਾ ਰਿਹਾ। ਭਾਵੇਂ ਕਿ ਗੁਰਪ੍ਰਲਾਸ ਪਾਤਸ਼ਾਹ 6ਵੀਂ ਮੁਤਾਬਕ ਵਿਪਰਵਾਦੀ ਪ੍ਰਭਾਵ ਹੇਠ ਉਦਾਸੀਆਂ ਦੁਆਰਾ ਉੱਥੇ ਨਿਰਜਲ ਇਕਾਦਸ਼ੀ ਦਾ ਮੇਲਾ ਤੇ ਇਸ਼ਨਾਨ ਸ਼ੁਰੂ ਕੀਤਾ ਜਾ ਚੁੱਕਾ ਸੀ, ਕਿਉਂਕਿ ਪਹਿਲੇ ਸਿੱਖ ਹਿਸਟੋਰੀਅਨ ਸਰਦਾਰ ਕਰਮ ਸਿੰਘ ਜੀ ਦੀ ਅੱਖੀਂ ਡਿੱਠੀ ਤੇ ਅੰਗੀ ਹੰਢਾਈ ਹੋਈ ਗਵਾਹੀ ਉਹਨਾਂ ਦੀ ਲਿਖਤ ਵਿੱਚ ਕੱਤਕ ਕੇ ਵਿਸਾਖ ਵਿੱਚ ਇਸ ਤਰੀਕੇ ਨਾਲ ਮੌਜੂਦ ਹੈ। ਮੈਂ ਕੋਟ ਕਰ ਰਿਹਾ। 1925 ਦੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਆਰੰਭ ਹੋਇਆ। ਆਪ 1925 ਤੋਂ ਪਹਿਲਾਂ ਨਨਕਾਣਾ ਸਾਹਿਬ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਕੇਵਲ ਔਰ ਕੇਵਲ ਵਿਸਾਖ ਨੂੰ ਹੀ ਮਨਾਇਆ ਜਾਂਦਾ ਸੀ। ਉਸ ਤੋਂ ਪਹਿਲਾਂ ਇਸ ਦਿਨ ਨੂੰ ਉੱਥੇ ਕੋਈ ਜਾਣਦਾ ਵੀ ਨਹੀਂ ਸੀ। 60 ਕੁ ਵਰੇ ਇਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਦੀ ਪੂਰਨਮਾਸ਼ੀ ਨੂੰ ਨਨਕਾਣਾ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਕੱਤੇ ਦੀ ਪੂਰਨਮਾਸ਼ੀ ਵਾਲੇ ਗੁਰਪੁਰਬ ਵਾਲੇ ਦਿਨ ਨੂੰ ਸਭ ਤੋਂ ਪੁਰਾਤਨ ਹੀ ਮੰਨ ਰਹੇ ਹਨ। ਇਹ ਬਿਆਨ ਕੱਤਕ ਕੇ ਵਿਸਾਖ ਸਰ ਕਰਮ ਸਿੰਘ ਹਿਸਟੋਰੀਅਨ ਜੀ ਦੀ ਜੋ ਪੁਸਤਕ ਹੈ ਉਹਦੇ ਪੰਨਾ 137 ਦੇ ਉੱਪਰ ਇਹ ਬਿਆਨ ਦਰਜ ਹਨ। ਸ਼ਾਇਦ ਇਹੀ ਕਾਰਨ ਹੈ ਕਿ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤਾਂ ਵਿਚਲੀ ਭਾਈਚਾਰਕ ਸਾਂਝ ਦੀ ਪਰਪੱਕਤਾ ਅਤੇ ਮਰਿਆਦਾ ਦੀ ਇਕਸੁਰਤਾ ਲਈ ਸਾਲਾਨਾ ਜੋੜ ਮੇਲਾ ਕਰਨ ਦਾ ਇਰਾਦਾ ਬਣਾਇਆ ਤਾਂ ਉਹਨਾਂ ਨੇ ਵਿਸਾਖੀ ਦਾ ਦਿਨ ਹੀ ਨਿਯਤ ਕੀਤਾ। ਜੇਕਰ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਗਿਆਨ ਗੁਰੂ ਦੀ ਅਗਵਾਈ ਵਿੱਚ ਗੁਰਸਿੱਖੀ ਦੇ ਪ੍ਰਚਾਰ, ਕੌਮੀ ਪਹਿਚਾਣ ਤੇ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਖਾਲਸਾ ਜਥੇਬੰਦੀ ਕਾਇਮ ਕਰਨ ਦਾ ਇਰਾਦਾ ਬਣਾਇਆ ਤਾਂ ਉਹਨਾਂ ਨੇ ਵੀ
ਸਨ 1699 ਦੀ ਵਿਸਾਖੀ ਨੂੰ 30 ਮਾਰਚ 1699 ਵਾਲਾ ਦਿਨ ਹੀ ਚੁਣਿਆ। ਦਸਮ ਪਾਤਸ਼ਾਹ ਦੇ ਜੋਤੀ-ਜੋਤ ਸਮਾਨ ਉਪਰੰਤ ਵੀ ਖਾਲਸਾ ਪੰਥ ਆਪਣੇ ਵਿਸ਼ੇਸ਼ ਕੌਮੀ ਇਕੱਠ ਵਿਸਾਖੀ ਨੂੰ ਹੀ ਬੁਲਾਉਂਦਾ ਰਿਹਾ ਹੈ। ਹਾਂ, ਉਹਦੇ ਨਾਲ ਦੀਵਾਲੀ ਨੂੰ ਵੀ ਸ਼ਾਮਲ ਕਰ ਲਿਆ ਗਿਆ, ਕਿਉਂਕਿ ਗੁਰੂ ਸਾਹਿਬਾਨ ਅਤੇ 18ਵੀਂ ਸਦੀ ਦੇ ਪੰਥਕ ਆਗੂ ਜਾਣਦੇ ਸਨ ਕਿ ਵਿਸਾਖੀ ਸਿੱਖੀ ਦੇ ਮੋਢੀ ਗੁਰੂ ਦਾ ਪ੍ਰਕਾਸ਼ ਦਿਹਾੜਾ ਹੈ, ਜਿਹੜੇ ਅਕਾਲ ਪੁਰਖ ਦੇ ਹੁਕਮ ਵਿੱਚ ਧੁਰ ਤੋਂ ਹੀ ਗੁਰੂ ਸਥਾਪਿਤ ਹੋਏ ਸਨ। ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਤਾਂ ਮਨਾਉਂਦੇ ਹਾਂ, ਲੇਕਿਨ ਗੁਰਗੱਦੀ ਦਿਵਸ ਨਹੀਂ ਮਨਾਉਂਦੇ। ਉਹ ਇਸ ਤੋਂ ਸਪਸ਼ਟ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਜਨਮ ਤੋਂ ਹੀ ਗੁਰੂ ਸਨ। ਮਿਸਟਰ ਮੈਕਾਲਫ ਅੱਗੇ ਹੋਰ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਅੰਮ੍ਰਿਤਸਰ ਦਾ ਇੱਕ ਮੇਲਾ ਲੱਗਦਾ ਸੀ, ਤੇ ਉੱਥੇ ਮੇਲਾ ਲੱਗਣ ਕਰਕੇ ਉਦਾਸੀਆਂ ਦੇ ਪ੍ਰਭਾਵ ਹੇਠਾਂ ਕਾਫੀ ਸਿੱਖ ਜਿਹੜੇ ਸਨ ਉਧਰ ਮੇਲੇ ਵਿੱਚ ਚਲੇ ਜਾਂਦੇ ਸਨ। ਸੋ ਉਧਰੋਂ ਹਟਾਉਣ ਵਾਸਤੇ ਇੱਕ ਇਹ ਆਰਗੂਮੈਂਟ ਦਿੱਤਾ ਜਾਂਦਾ ਹੈ ਕਿ ਗਿਆਨੀ ਸੰਤ ਸਿੰਘ ਜੀ, ਜਿਨ੍ਹਾਂ ਨੇ ਖਾਲਸੇ ਦੀ ਪ੍ਰੇਰਨਾ ਨਾਲ 1790 ਨੂੰ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਨਿੱਧ ਦੀ ਕਥਾ ਆਰੰਭ ਕੀਤੀ, ਜਿਸ ਦਾ ਭੋਗ ਵੀ ਉਹਨਾਂ ਨੇ ਆਪ ਹੀ ਸ੍ਰੀ ਦਰਬਾਰ ਸਾਹਿਬ ਦੇ ਅੰਦਰ 1832 ਵਿੱਚ ਪਾਇਆ, ਨੇ ਕੱਤਕ ਪੂਰਨਮਾਸ਼ੀ ਨੂੰ ਆ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਆਰੰਭ ਕਰ ਦਿੱਤਾ। ਪਰ ਇਹ ਖਿਆਲ ਹੈ ਕਿ ਇਸ ਤਬਦੀਲੀ ਦਾ ਮੁੱਖ ਕਾਰਨ ਗਿਆਨੀ ਸਤ ਸਿੰਘ ਜੀ ਦੇ ਆਲੇ ਦੁਆਲੇ ਉਦਾਸੀਆਂ ਬਾਵਿਆਂ ਦਾ ਘੇਰਾ ਸੀ, ਔਰ ਆਪ ਵੀ ਉਦਾਸੀ ਸਨ, ਜਿਹੜੇ ਬਾਬਾ ਸ੍ਰੀ ਚੰਦ ਨੂੰ ਸਿੱਖਾਂ ਦਾ ਪੂਜ ਸਤਿਗੁਰੂ ਸਥਾਪਿਤ ਕਰਨ ਲਈ ਅਤ ਨਿੰਦਤ ਤੇ ਸਿਰ ਤੋੜ ਯਤਨ ਕਰ ਰਹੇ ਸਨ। ਕਿਉਂਕਿ ਉਦਾਸੀ ਸਾਧੂਆਂ ਦੀਆਂ ਲਿਖਤਾਂ ਅਤੇ ਖਾਨਦਾਨੀ ਰਵਾਇਤਾਂ ਅਨੁਸਾਰ ਬਾਬਾ ਸ੍ਰੀ ਚੰਦ ਜੀ ਜਨਮ ਸੰਮਤ 1551 ਸਨ 1494 ਦੇ ਕੱਤਕ ਦੀ ਪੂਰਨਮਾਸ਼ੀ ਦਾ ਹੀ ਮੰਨਿਆ ਜਾਂਦਾ ਹੈ। ਉਦਾਸੀ ਸਾਧੂਆਂ ਤੇ ਬੇਦੀ ਬਾਬਿਆਂ ਨੇ ਸੋਚਿਆ ਕਿ ਉਵੇਂ ਤਾਂ ਸਿੱਧੇ ਰੂਪ ਵਿੱਚ ਗੁਰਸਿੱਖਾਂ ਨੇ ਬਾਬਾ ਸ੍ਰੀ ਚੰਦ ਜੀ ਦੀ ਉਸਤਤੀ ਤੇ ਕਲਪਤ ਕਰਾਮਾਤੀ ਕਹਾਣੀਆਂ ਨਹੀਂ ਸੁਣਾਉਣੀਆਂ, ਅਤੇ ਨਾ ਹੀ ਗੁਰਦੁਆਰਿਆਂ ਵਿੱਚ ਬਾਬਾ ਜੀ ਦਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਮਨਾਉਣ ਲਈ ਤਿਆਰ ਹੋ ਸਕਣਾ ਹੈ। ਤੋਂ ਕਾਰਨ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਗੁਰੂ ਪੁੱਤਰਾਂ ਨੂੰ ਗੁਰੂ ਹੁਕਮਾਂ ਤੋਂ ਆਕੀ ਖੋਟੇ ਦਿਲ ਵਾਲੇ ਤੇ ਧੰਦਿਆਂ ਦੀ ਪੰਡ ਚੁੱਕੀ ਫਿਰਦੇ ਸੰਸਾਰੀ ਐਲਾਨਿਆ ਜਾ ਚੁੱਕਾ ਹੈ, ਜਿਵੇਂ ਕਿ ਰਾਮਕਲੀ ਜਿਹੜੀ ਸੱਤੇ ਬਲਵੰਡ ਕੀ ਵਾਰ ਹੈ, ਉਹਦੇ ਵਿੱਚ ਪੰਨਾ 967 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਇਹ ਬੋਲ ਅੰਕਿਤ ਹਨ ਕਿ ਪੁੱਤਰੀ ਕੌਲ ਨਾ ਪਾਲਿਓ, ਘਰ ਪੀਰੋਂ ਕੰਨ ਮੁਰਟੀ ਹੈ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛੱਟੀ ਹੈ। ਇਸ ਲਈ ਸ੍ਰੀ ਚੰਦ ਦੇ ਉਪਾਸਕਾਂ ਨੂੰ ਸਭ ਤੋਂ ਵਧੀਆ ਜੁਗਤ ਇਹ ਜਾਪੀ ਕਿ ਗੁਰਦੁਆਰਿਆਂ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਪੁਰਬ ਵਿਸਾਖ ਸੁਦੀ ਤੀਜ ਦੀ ਥਾਂ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਣਾ ਪ੍ਰਚਲਿਤ ਕਰ ਦਿੱਤਾ ਜਾਵੇ, ਤਾਂ ਜੋ ਇਸ ਬਹਾਨੇ ਜਿੱਥੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਉਤਸਵ ਵੀ ਮਨਾਇਆ ਜਾਏਗਾ, ਉੱਥੇ ਸਿੱਖ ਸੰਗਤਾਂ ਨੂੰ ਭਰਮਾਉਣ ਲਈ ਸਟੇਜ ਤੋਂ 2-4 ਸਿਫਤਾਂ ਗੁਰੂ ਨਾਨਕ ਸਾਹਿਬ ਜੀ ਦੀਆਂ ਕਰਕੇ ਬਾਕੀ ਸਮਾਂ ਸ੍ਰੀ ਚੰਦ ਦੀ ਉਸਤਤੀ ਤੇ ਕਲਪਤ ਕਥਾ ਕਹਾਣੀਆਂ ਵੀ ਸੁਣਾਈਆਂ ਜਾ ਸਕਣਗੀਆਂ। ਜਿਵੇਂ ਕਿ ਅੱਜ ਕੱਲ੍ਹ ਵੀ ਕੁਝ ਡੇਰੇਦਾਰ ਆਪਣੇ ਕਿਸੇ ਵੱਡੇ ਵਡੇਰੇ ਮਹੰਤ ਦੀ ਬਰਸੀ ਜਾਂ ਜਨਮ ਦਿਹਾੜੇ ਨੂੰ ਗੁਰਪੁਰਬੀ ਦਿਹਾੜੇ ਨਾਲ ਜੋੜ ਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਯਤਨਸ਼ੀਲ ਰਹਿੰਦੇ ਹਨ, ਕਿਉਂਕਿ ਸ਼ਰਧਾਲੂ ਸਿੱਖ ਸੰਗਤ ਗੁਰਪੁਰਬ ਜਾਣ ਕੇ ਇਕੱਤਰ ਹੋ ਜਾਂਦੀਆਂ ਹਨ, ਪਰ ਉੱਥੇ ਗੁਰਮਤਿ ਵਿਚਾਰਧਾਰਾ ਸਮਝਾਉਣ ਤੇ ਸਤਿਗੁਰੂ ਜੀ ਦੀ ਜੈ ਜੈਕਾਰ ਕਰਨ ਦੀ ਥਾਂ ਡੇਰੇਦਾਰ ਮਹੰਤ ਨੂੰ ਧੰਨ ਧੰਨ ਕਹਿੰਦਿਆਂ ਵਿਅਕਤੀਗਤ ਪੂਜਾ ਦੇ ਵਡਾਵੇ ਲਈ ਉਹਦੀਆਂ ਸਿਫਤਾਂ ਦੇ ਹੀ ਪੁੱਲ ਬੰਨੇ ਜਾ ਰਹੇ ਹੁੰਦੇ ਹਨ। ਗੁਰਦੁਆਰਿਆਂ ਦੀਆਂ ਕਮੇਟੀਆਂ ਨੇ ਇਸ ਪੱਖੋਂ ਸੁਚੇਤ ਹੋਣ ਦੀ ਲੋੜ ਹੈ ਕਿ ਉਹ ਐਸੇ ਕਿਸੇ ਵੀ ਦਿਹਾੜੇ ਨੂੰ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨਾਲ ਜਾਂ ਹੋਰ ਸੰਬੰਧਿਤ ਦਿਹਾੜੇ ਨਾਲ ਨਾ ਜੋੜਨ ਦੇਣ, ਤਾਂ ਕਿ ਇਸ ਦੇ ਵਿੱਚ ਮਿਲਗੋਪਾ ਨਾ ਹੋ ਸਕੇ। ਪ੍ਰਸਿੱਧ ਖੋਜੀ ਵਿਦਵਾਨ ਪ੍ਰੋਫੈਸਰ ਪਿਆਰਾ ਸਿੰਘ ਜੀ ਪਦਮ ਜੀ ਦੀ
ਸਿੱਖ ਸੰਪਰਦਾਵਲੀ ਪੁਸਤਕ ਵਿੱਚ ਬਾਬਾ ਸ੍ਰੀ ਚੰਦ ਦੇ ਜਨਮ ਅਤੇ ਉਦਾਸੀਆਂ ਦੀ ਉਪਰੋਕਤ ਨੀਤੀ ਨੂੰ ਲੁਕਵੇਂ ਢੰਗ ਨਾਲ ਇੱਕ ਵਿਸ਼ੇਸ਼ ਫੁੱਟਨੋਟ ਦੁਆਰਾ ਇਉਂ ਪ੍ਰਗਟ ਕੀਤਾ ਗਿਆ ਹੈ, ਔਰ ਮੈਂ ਕੋਟ ਕਰ ਰਿਹਾ ਹਾਂ। ਆਪ ਦਾ ਜਨਮ ਗੁਰੂ ਨਾਨਕ ਸਾਹਿਬ ਜੀ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ 1551 ਵਿਕਰਮੀ ਨੂੰ ਕੱਤਕ ਦੀ ਪੂਰਨਮਾ ਨੂੰ ਸੁਲਤਾਨਪੁਰ ਹੋਇਆ। ਬੇਦੀ ਦਲਜੀਤ ਸਿੰਘ ਨੇ ਖਾਨਦਾਨੀ ਰਵਾਇਤ ਅਨੁਸਾਰ ਆਪਣੀ ਲਿਖਤ ਸਾਖੀ ਸ੍ਰੀ ਚੋਲਾ ਸਾਹਿਬ ਵਿੱਚ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਦੱਸਿਆ ਹੈ, ਤੇ ਇਹੋ ਸੁਖਵਾਸੀ ਰਾਮ ਨੇ ਆਪਣੇ ਗ੍ਰੰਥ ਗੁਰੂ ਨਾਨਕ ਬੰਸ ਪ੍ਰਕਾਸ਼ ਵਿੱਚ ਦਰਜ ਕੀਤਾ ਹੈ। ਇਵੇਂ ਹੀ ਭਾਵੇਂ ਕੁਝ ਲੇਖਕਾਂ ਭਾਦੋਂ ਸੁਦੀ 9 ਵੀ ਲਿਖਿਆ ਹੈ। ਇਹ ਪਿਆਰਾ ਸਿੰਘ ਪਦਮ ਜੀ ਦੀ ਜੋ ਸਿੱਖ ਸੰਪਰਦਾਵਲੀ ਪੁਸਤਕ ਹੈ ਉਹਦੇ ਪੰਨਾ 19 ਦੇ ਉੱਪਰ ਇਹ ਬੋਲ ਦਰਜ ਹਨ। ਬਾਬਾ ਸ੍ਰੀ ਚੰਦ ਜੀ ਨੂੰ ਸਤਿਗੁਰ ਸਥਾਪਨਾ ਤੇ ਜਨਮ ਤਿਥੀ ਦਰਸਾਉਂਦਾ ਗੁਰੂ ਨਾਨਕ ਬੰਸ ਪ੍ਰਕਾਸ਼ ਦਾ ਦੋਹਰਾ ਅਤੇ ਉਦਾਸੀ ਨੀਤੀ ਨੂੰ ਪ੍ਰਗਟਾਉਂਦਾ ਵਿਸ਼ੇਸ਼ ਨੋਟ ਸਿੱਖ ਸੰਪਰਦਾਵਲੀ ਪੁਸਤਕ ਦੇ ਉਪਰੋਕਤ ਪੰਨੇ ਦੇ ਹੇਠਾਂ ਇਸ ਪ੍ਰਕਾਰ ਦਰਜ ਹੈ, ਔਰ ਮੈਂ ਕੋਟ ਕਰ ਰਿਹਾ ਹਾਂ। शुभ नक्षत्र 12 लगन, शुभ कातक मास पुनीत, श्री चंद सतगुरु प्रगट अद्भुत निर्मल चीत। नोट, उदासियां साधुआं शायद इसे करके कतक पूर्णमाशी पुर मनाउण दी रीत पाई, क्योंकि इस नाल पिता पुत्र दोहां दी याद जिहड़ी है वो इकसार मनाई जाएगी। ये पन्ना 19 के उपर ਇਹ ਬਿਆਨ ਜਿਹੜੇ ਹਨ ਉਹ ਦਰਜ ਹਨ ਗੁਰੂ ਨਾਨਕ ਬੰਸ ਪ੍ਰਕਾਸ਼ ਦੇ। ਸੋ ਉਦਾਸੀਆਂ ਨੇ ਆਪਣੇ ਇਸ ਮਨਸੂਬੇ ਦੀ ਪੂਰਤੀ ਲਈ ਪਹਿਲਾਂ ਤਾਂ ਪੰਥਕ ਹਿੱਤਾਂ ਦੇ ਰੂਪ ਵਿੱਚ ਯਾਨੀ ਸੰਤ ਸਿੰਘ ਜੀ ਨੂੰ ਰਾਮ ਤੀਰਥ ਵੱਲੋਂ ਸਿੱਖਾਂ ਨੂੰ ਹਟਾਉਣ ਵਰਗੀਆਂ ਹਿਤਕਾਰੀ ਤੇ ਵਪਾਰਕ ਸਲਾਹ ਦਿੰਦਿਆਂ ਉਹਨਾਂ ਦੀ ਦ੍ਰਿਸ਼ਟੀ ਵਿੱਚ ਆਪਣੇ ਆਪ ਨੂੰ ਪੰਥਕ ਹਿੱਤੂ ਸਿੱਧ ਕੀਤਾ, ਅਤੇ ਫਿਰ ਗੁਰੂ ਨਿੰਦਕ ਤੇ ਪੰਥ ਵਿਰੋਧੀ ਸੰਪਰਦਾ ਨਿਰੰਜਣੀਏ ਵੱਲੋਂ ਗੁਰੂ ਇਤਿਹਾਸ ਨੂੰ ਦੂਸ਼ਿਤ ਕਰਨ ਦੇ ਇਰਾਦੇ ਨਾਲ ਲਿਖਵਾਈ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਆਧਾਰ ਬਣਾ ਕੇ ਗਿਆਨੀ ਜੀ ਨੂੰ ਆਦਰ ਸਹਿਤ ਪ੍ਰੇਰਦਿਆਂ ਉਪਰੋਕਤ ਕਿਸਮ ਦੀ ਤਬਦੀਲੀ ਕਰਵਾਈ, ਕਿਉਂਕਿ ਉਸ ਵੇਲੇ ਤੱਕ ਇੱਕੋ ਇੱਕ ਇਹੀ ਜਨਮ ਸਾਖੀ ਸੀ ਜਿਹੜੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਦਿਹਾੜਾ ਵਿਸਾਖ ਸੁਦੀ 30 ਦੀ ਥਾਂ ਕੱਤਕ ਦੀ ਪੂਰਨਮਾਸ਼ੀ ਨੂੰ ਵਰਣਨ ਕਰਦੀ ਸੀ। ਸਰ ਕਰਮ ਸਿੰਘ ਹਿਸਟੋਰੀਅਨ ਜੀ ਦਾ ਮਤ ਹੈ ਕਿ ਜਨਮ ਸਾਖੀ ਵਿੱਚ ਅਜਿਹੀ ਤਬਦੀਲੀ ਕਰਨ ਵੇਲੇ ਲਿਖਾਰੀਆਂ ਦੇ ਚਿੱਤ ਵਿੱਚ ਬ੍ਰਾਹਮਣ ਦਾ ਫੈਲਾਇਆ ਉਹ ਭਰਮ ਅਵਸ਼ੀ ਮੌਜੂਦ ਸੀ ਕਿ ਕੱਤਕ ਤੇ ਭਾਦੋਂ ਵਿੱਚ ਜਨਮਿਆ ਬਾਲਕ ਅਸ਼ੁਭ ਅਥਾ ਕੁਲੱਖਣਾ ਹੁੰਦਾ ਹੈ। ਬ੍ਰਾਹਮਣ ਇਹ ਸੋਚਦੇ ਹਨ ਕਿ ਜਿਹੜੇ ਬੱਚੇ ਕੱਤਕ ਵਿੱਚ ਜਾਂ ਭਾਦੋਂ ਵਿੱਚ ਜਨਮਦੇ ਹਨ ਉਹ ਜਿਹੜੇ ਹਨ ਕੁਲੱਖਣੇ ਹੁੰਦੇ ਹਨ, ਉਹ ਚੰਗੇ ਨਹੀਂ ਹੁੰਦੇ। ਪਰ ਜੇਕਰ ਉਸ ਨੂੰ ਇੱਕ ਵਾਰ ਘਰੋਂ ਕੱਢ ਕੇ ਬ੍ਰਾਹਮਣ ਨੂੰ ਸੌਂਪ ਦਿੱਤਾ ਜਾਏ ਤੇ ਫਿਰ ਉਸ ਪਾਸੋਂ ਮੁੱਲ ਦੇ ਕੇ ਖਰੀਦ ਲਿਆ ਜਾਏ ਤਾਂ ਬਾਲਕ ਦਾ ਅਸ਼ੁਭ ਹੋਣਾ ਦੂਰ ਹੋ ਜਾਂਦਾ ਹੈ। ਸਾਧ ਸੰਗਤ ਜੀ ਨੋਟ ਕਰੋ ਕਿ ਕਿੰਨੇ ਭਰਮ ਜਿਹੜੇ ਹਨ ਉਹ ਸਾਡੇ 'ਚ ਬ੍ਰਾਹਮਣਾਂ ਨੇ ਪਾਏ ਹਨ, ਔਰ ਮੈਂ ਦੇਖਦਾ ਹਾਂ ਕਿ ਪਿਛਲੇ ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਦੇ ਵਿੱਚ ਵੀ ਇਹ ਉਦਾਸੀ ਔਰ ਨਿਰਮਲੇ ਬਾਵੇ ਜਿਹੜੇ ਸਨ ਉਹ ਘਰ 'ਚ ਆ ਕੇ ਇਹੋ ਜਿਹੀਆਂ ਚੀਜ਼ਾਂ ਕਰਦੇ ਸਨ, ਤੇ ਸਾਡੇ ਘਰਾਂ 'ਚ ਵੀ ਜਿਹੜੀ ਹਨ ਉਹ ਬ੍ਰਾਹਮਣੀਆਂ ਆ ਕੇ ਤੇ ਉਹ ਮੌਲੀਆਂ ਦੇ ਜਾਂਦੀਆਂ ਸਨ। ਜਦੋਂ ਰੱਖੜੀ ਦਾ ਦਿਨ ਹੁੰਦਾ ਸੀ ਤੇ ਕੋਈ ਨੂੰ ਪੈਸੇ ਮੰਗ ਕੇ ਲੈ ਜਾਂਦੀਆਂ ਸਨ। ਤੋ ਇਸ ਤਰ੍ਹਾਂ ਇਹ ਬ੍ਰਾਹਮਣ ਬੜੀ ਚਤੁਰਤਾ ਦੇ ਨਾਲ ਆਪਣੀ ਚਲਾਕੀ ਨਾਲ ਇਹੋ ਜਿਹੇ ਜਿਹੜੇ ਭਰਮ ਫੈਲਾ ਕੇ ਆਪਣਾ ਜਿਹੜੇ ਹਨ ਉਹ ਜਿਹੜੇ ਵਿਚਾਰ ਹਨ ਬ੍ਰਾਹਮਣਵਾਦ ਦੇ ਉਹਨੂੰ ਸਾਡੇ ਘਰਾਂ ਵਿੱਚ ਪ੍ਰਵੇਸ਼ ਕਰਦੇ ਰਹੇ ਹਨ, ਜਦਕਿ ਸਾਡੇ ਘਰਾਂ ਵਿੱਚ ਇੰਨੀ ਐਜੂਕੇਸ਼ਨ ਨਾ ਹੋਣ ਦੇ ਕਾਰਨ ਇਹ ਸਾਰਾ ਕੁਝ ਹੁੰਦਾ ਰਿਹਾ ਹੈ। ਕਿਉਂਕਿ ਲਿਖਾਰੀ ਦਾ ਮਨੋਰਥ ਗੁਰੂ ਜੀ ਨੂੰ ਹਰੇਕ ਪੱਖੋਂ ਨਿੰਦਣਾ ਤੇ ਉਹਨਾਂ ਦਾ ਪ੍ਰਭਾਵ ਘਟਾਉਣਾ ਸੀ। ਸਰਦਾਰ ਜੀ ਕੱਤਕ ਕੇ ਵਿਸਾਖ ਨਾਮੀ ਪੁਸਤਕ ਵਿੱਚ ਲਿਖਦੇ ਹਨ, ਸਰਦਾਰ ਕਰਮ ਸਿੰਘ ਜੀ ਹਿਸਟੋਰੀਅਨ, ਮੈਂ ਕੋਟ ਕਰਦਾ ਹਾਂ ਕਿ ਪਾਠਕ ਜੀ ਮੈਂ ਭਾਈ ਗੁਰਮੁਖ ਸਿੰਘ ਜੀ ਸੁਰਗਵਾਸੀ ਨਾਲ ਇੱਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਾਲ ਹੈ, ਝੂਠੀ ਹੈ,
ਬਣਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਣਨ ਦੇ ਯੋਗ ਨਹੀਂ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲਾਇਕ ਨਹੀਂ। ਇਸ ਨੂੰ ਬੰਨ੍ਹ ਕੇ ਅਜਿਹੇ ਥਾਂ ਪਹੁੰਚਾਉਣਾ ਚਾਹੀਏ ਜਿੱਥੇ ਇਸ ਦਾ ਖੁਰਾ ਖੋਜ ਨਾ ਮਿਲੇ। 18ਵੀਂ ਸਦੀ ਵਿੱਚ ਜਦੋਂ ਸਿੱਖ ਕੌਮ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਜੂਝ ਰਹੀ ਸੀ, ਜੰਗਲਾਂ ਬੇਲਿਆਂ ਵਿੱਚ ਰਹਿ ਰਹੀ ਸੀ, ਤਾਂ ਸਮੇਂ ਦੀ ਹਕੂਮਤ ਵੱਲੋਂ ਸਾਬਤ ਸੂਰਤ ਗੁਰਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਤਾਂ ਇਸ ਪ੍ਰਕਾਰ ਉਹਨਾਂ ਨੂੰ ਚੁਣ ਚੁਣ ਕੇ ਸ਼ਹੀਦ ਕੀਤਾ ਜਾ ਰਿਹਾ ਸੀ। ਤਦੋਂ ਉਦਾਸੀਆਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੇ ਗੁਰ ਅਸਥਾਨਾਂ ਨੂੰ ਸੰਭਾਲ ਲਿਆ ਤੇ ਕਬਜ਼ਾ ਕਰ ਲਿਆ। ਇਹ ਕਬਜ਼ੇ ਕਿੰਨੀ ਮੁਸ਼ਕਲ ਨਾਲ ਇਹ ਜਿਹੜੇ ਹਨ ਮੋਰਚੇ ਲਗਾ ਕੇ ਸਿੰਘਾਂ ਨੇ ਵਾਪਸ ਲਏ ਸਥਾਨ ਸਾਡੇ, ਉਹ ਆਪ ਸਾਰੇ ਇਸ ਕਲਾਸ ਵਿੱਚ ਬੜੇ ਹੀ ਵਿਸਤਾਰ ਨਾਲ ਸਰਵਣ ਕਰ ਚੁੱਕੇ ਹੋ ਅਲੱਗ-ਅਲੱਗ ਲੈਕਚਰਾਂ ਦੇ ਵਿੱਚ। ਤੋ ਇਹ ਜਿਹੜੇ ਹਨ ਜਦੋਂ ਇਹ ਮੌਕਾ ਮਿਲਿਆ ਤਾਂ ਉਹਨਾਂ ਨੇ ਗੁਰੂ ਸਥਾਨਾਂ ਦੇ ਉੱਪਰ ਕਬਜ਼ਾ ਕਰ ਲਿਆ। ਵਿਪਰਵਾਦੀ ਸ਼ਕਤੀਆਂ ਦੀ ਸਹਿਯੋਗੀ ਸਾਜ਼ਿਸ਼ ਦਾ ਸ਼ਿਕਾਰ ਹੁੰਦਿਆਂ ਵਪਾਰਕ ਬਿਰਤੀ ਅਧੀਨ ਇਹਨਾਂ ਨਿਰਮਲਿਆਂ ਨੇ ਗੁਰਦੁਆਰਿਆਂ ਵਿੱਚ ਵਿਪਰਨ ਕੀ ਰੀਤ ਸ਼ੁਰੂ ਕਰ ਦਿੱਤੀ, ਜੋ ਸਹਿਜੇ ਸਹਿਜੇ 20ਵੀਂ ਸਦੀ ਤੱਕ ਗੁਰਮੁਖ ਸਿਧਾਂਤਾਂ ਦੀ ਸੂਝ ਤੋਂ ਕੋਰੇ ਤੇ ਸਵਾਰਥੀ ਸਿੱਖ ਆਗੂਆਂ ਦੀ ਬਦੌਲਤ ਗੁਰਮਰਿਆਦਾ ਦੇ ਰੂਪ ਵਿੱਚ ਪੱਕੀ ਹੋ ਗਈ। ਕਿਉਂਕਿ ਖਾਲਸਾ ਪੰਥ ਤਾਂ ਉਸ ਵੇਲੇ ਜੰਗਲਾਂ ਤੇ ਪਹਾੜਾਂ ਵਿੱਚ ਰਹਿੰਦਾ ਹਕੂਮਤ ਨਾਲ ਟੱਕਰ ਲੈ ਰਿਹਾ ਸੀ ਅਤੇ ਘੋੜਿਆਂ ਦੀਆਂ ਕਾਠੀਆਂ ਉੱਤੇ ਹੀ ਉਹ ਆਪਣਾ ਘਰ ਬਣਾ ਚੁੱਕੇ ਸਨ। ਪਰ ਸੰਨ 1790 ਵਿੱਚ ਉਦਾਸੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਹੋਰਾਂ ਵੱਲੋਂ ਜਦ ਉੱਥੇ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਸ਼ੁਰੂ ਕਰ ਦਿੱਤਾ, ਪਹਿਲੇ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ, ਤਾਂ ਉਹ ਤਾਂ ਵਿਪਰਵਾਦੀ ਲਿਖਾਰੀਆਂ ਨੇ ਪੂਰਨਮਾਸ਼ੀ ਦਾ ਹੋਰ ਵੀ ਜ਼ੋਰ ਨਾਲ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਮਸ਼ਹੂਰ ਕੀਤਾ। ਗਿਆਨੀ ਸੰਤ ਸਿੰਘ ਜੀ ਦੇ ਸ਼ਾਗਿਰਦ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪ੍ਰਕਾਸ਼ ਜਦੋਂ ਲਿਖਿਆ, ਜਿਸ ਦੀ ਕਵਿਤਾ ਵਿੱਚ ਹੂ ਜਨਮ ਸਾਖੀ ਭਾਈ ਬਾਲੇ ਵਾਲੀ ਨੂੰ ਹੀ ਰੂਪਾਂਤਰ ਕੀਤਾ ਗਿਆ ਸੀ। ਕਿਉਂਕਿ ਇਹ ਕਥਾ ਗੁਰਦੁਆਰਿਆਂ ਵਿੱਚ ਸ਼ੁਰੂ ਹੋ ਗਈ ਤਾਂ ਜਨਮ ਸਾਖੀ ਦੇ ਵਾਰਤਕ ਸਰੂਪ ਦੀ ਮੰਗ ਵਧਣ ਕਰਕੇ ਵੱਖ-ਵੱਖ ਪ੍ਰਕਾਸ਼ਕਾਂ ਵੱਲੋਂ ਇਹ ਜਨਮ ਸਾਖੀ ਸਭ ਤੋਂ ਵਧੇਰੇ ਛਾਪੀ ਗਈ। ਪੰਥ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਪ੍ਰਕਾਸ਼ ਤੇ ਤਵਾਰੀਖ ਗੁਰੂ ਖਾਲਸਾ ਨੇ ਵੀ ਕੱਤਕ ਪੂਰਨਮਾਸ਼ੀ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਕਰਕੇ ਉਭਾਰਿਆ। ਇਸ ਪ੍ਰਕਾਰ ਦੇ ਪ੍ਰਚਾਰ ਪ੍ਰਭਾਵ ਅਧੀਨ ਸਭ ਥਾਈਂ ਕੱਤਕ ਦੀ ਪੂਰਨਮਾਸ਼ੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਵਜੋਂ ਮਨਾਈ ਜਾਣ ਲੱਗੀ। ਪਰ ਗੁਰਦੁਆਰਾ ਸੁਧਾਰ ਲਹਿਰ ਸਦਕਾ ਗੁਰਧਾਮਾਂ ਦੀ ਸੇਵਾ ਸੰਭਾਲ ਜਦੋਂ ਤੋਂ ਮੁੜ ਖਾਲਸਾ ਪੰਥ ਨੇ ਸੰਭਾਲੀ ਤਾਂ ਗੁਰਪੁਰਬ ਦਿਹਾੜਾ ਪ੍ਰਚਲਿਤ ਹੋਣ ਕਰਕੇ ਭਾਵੇਂ ਕੱਤੇ ਦੀ ਪੂਰਨਮਾਸ਼ੀ ਚੱਲਦਾ ਰਿਹਾ, ਪਰ ਗੁਰਦੁਆਰਿਆਂ ਵਿੱਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਜਾਂ ਉਹਨਾਂ ਦੀ ਚਰਚਾ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਆਪ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ, ਉਹਦੇ ਵਿੱਚ ਚਰਚਾ ਬਿਲਕੁਲ ਬਾਬਾ ਸ੍ਰੀ ਚੰਦ ਜੀ ਦੀ ਬੰਦ ਹੋ ਗਈ। ਅਜਿਹਾ ਤੇ ਉਦਾਸੀ ਬੜੇ ਹੀ ਚਿੰਤਤ ਹੋਏ ਅਤੇ ਉਹਨਾਂ ਸੋਚਿਆ ਕਿ ਜੇਕਰ ਸਾਡੇ ਮੁਖੀ ਬਾਬਾ ਸ੍ਰੀ ਚੰਦ ਜੀ ਦੀ ਚਰਚਾ ਨਾ ਹੋਈ ਤਾਂ ਸਹਿਜੇ ਸਹਿਜੇ ਸਿੱਖ ਸੰਗਤਾਂ ਅੰਦਰੋਂ ਉਹਨਾਂ ਦੀ ਹੋਂਦ ਦਾ ਅਹਿਸਾਸ ਹੀ ਖਤਮ ਹੋ ਜਾਏਗਾ। ਇਸ ਲਈ ਬਾਬਾ ਜੀ ਦੀ ਹੋਂਦ ਦੀ ਸਲਾਮਤੀ ਵਿੱਚ ਬਾਬਾ ਸ੍ਰੀ ਚੰਦ ਜੀ ਦੀ ਹੋਂਦ ਦੀ ਸਲਾਮਤੀ ਨੂੰ ਬਰਕਰਾਰ ਰੱਖਣ ਵਾਸਤੇ ਉਹਨਾਂ ਨੇ ਮੁੜ ਭਾਦੋਂ ਸੁਦੀ 9 ਨੂੰ ਵੱਖਰੇ ਤੌਰ ਤੇ ਜਨਮ ਦਿਹਾੜਾ ਬਾਬਾ ਸ੍ਰੀ ਚੰਦ ਜੀ ਦਾ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਪੰਜਾਬ ਸਰਕਾਰ ਪਾਸੋਂ ਇਸ ਦਿਹਾੜੇ ਦੀ ਛੁੱਟੀ ਵੀ ਪ੍ਰਵਾਨ ਕਰਵਾ ਲਈ, ਜਿਸ ਨਾਲ ਉਹਨਾਂ ਦਾ ਜਨਮ ਸੰਸਕਾਰੀ ਰਿਕਾਰਡ ਤੇ ਅੰਕਿਤ ਹੋ ਗਿਆ।
क्योंकि 20वीं सदी के मुढ़ले दौर के कुछ लेखकों वालों बाबा श्री चंद जी का जन्म दिहाड़ा भादों सुदी 9 ते सावन की 5 भी लिखा होया सी। इहों जापदा है कि गुरु प्रणालियां की अजिही लिखतां विच यह तब्दीली तदों शुरू हुई जदों उदासियां ने अपनी असफलता नूं ध्यान विच रखदिआं बाबा श्री चंद जी का जन्म दिहाड़ा वक्रे तौर ते मनाउण संबंधी विचारां शुरू कर दित्तियां होणगीਆਂ। सो ये सारी विचार का सारांश यह है कि 20वीं सदी के मुढ़ले दौर की पंथक चेतना विचों उपजी गुरुद्वारा सुधार लहर ते सिंह सभा लहर का सिट्टा है कि उदासी संप्रदा बाबा श्री चंद नूं सिखां दा गुरु स्थापित ਕਰਨ ਵਿੱਚ ਸਫਲ ਨਹੀਂ ਹੋ ਸਕੀ ਭਾਵੇਂ ਕਿ ਭਰਸਕ ਯਤਨ ਕੀਤੇ। 18ਵੀਂ ਤੇ 19ਵੀਂ ਸਦੀ ਦੇ ਦੌਰ ਵਿਚਲੇ ਆਪਣੇ ਯਤਨਾਂ ਸਦਕਾ ਇਹ ਸੰਪਰਦਾ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਇਤਿਹਾਸਕ ਸਚਾਈ ਦੇ ਉਲਟ ਕੱਤਕ ਦੀ ਪੁਰਮਾਸ਼ੀ ਨੂੰ ਪ੍ਰਚਲਿਤ ਕਰਨ ਵਿੱਚ ਜ਼ਰੂਰ ਕਾਮਯਾਬ ਹੋ ਗਈ। ਪਰ ਹੁਣ ਜਦੋਂ ਵਿਦਵਾਨਾਂ ਦੀ ਕਾਲਨਾ ਸਦਕਾ ਇਹ ਸਾਰਾ ਪੱਖ ਸਾਡੇ ਸਾਹਮਣੇ सूरज वांगन प्रगट हो चुका है कि धन गुरु नानक पातशाह जी का आगमन पुरब विसाख सुदी तीज है, कतक की पूर्णमाशी नहीं। तो समूह गुरुद्वारा कमेटियां नूं चाहिदा है कि वह गुरपुरब नूं नानकशाही कैलेंडर अनुसार मनाउण अते श्रोमणी कमेटी नूं चिट्ठियां लिख के मजबूर करन कि वह भी पंथ के केंद्रीय स्थान श्री दरबार साहब विखे इस दिहाड़े नूं भी गुरपुरब मनावे, क्योंकि श्रोमणी कमेटी का राष्ट्रीयकरण या राजनीतिक गलबा होने करके अजे भी वो देश विदेशों दीआं सिख जथेबंदियां दी सहयोगी सहायता तो बिना अजिही तब्दीली करन विच जिहड़े हन वो असमर्थ हैं। तो आपां देखिया है कि किन्नी बैकग्राउंड दे अंदर एक दिन जिहड़ा है किवें उहनूं मिलगोपा किया गया। तो आओ हम थोड़ी जी इस बारे होर तिथियां जिहड़ियां हन उन्हां बारे भी आप जी दे नाल सलाह करते हैं, विचार करते हैं। गुरु नानक साहब जी की तिथि बारे, जन्म तिथि बारे बहुत भुलेखा नहीं है, क्योंकि सारिया पुरातन हथ लिखतां उहदा भी जिक्र करने हैं। आधुनिक विद्वानां की बहु गिनती विसाख सुदी 3 बारे सहमत हैं। पुरानी हथ लिखतां विच जिन्हां विचों गुरु नानक पातशाह का प्रकाश दिवस विसाख सुदी 3 दिता गया है, उन्होंने वेरवा मैं आप सामने पेश करता हाँ। पहला पुरातन जन्म साखी जिहड़ी कि 1635 ईस्वी में छापी गई, उहदे विच भी विसाख सुदी 3 ही गुरु नानक पातशाह का प्रकाश दिहाड़ा लिखा गया। इस तरह ही जन्म साखी कृत मनोहर दास मेहरवान जिहदी रचना 1581 और 1640 ईस्वी के विचकार हुई। गोष्ठ गुरु नानक देव जी ये रचना 1641 ईस्वी की है। ये भी इस तरह ही विसाख सुदी 3 जिहड़ा है वो दिता गया जन्म प्रकाश दिहाड़ा। महिमा प्रकाश जिहदी विस्तार सहित विचार जिहड़ी है वो इसे क्लास विच हर बुधवार होंदी है, तो कल भी हुई है। उहदे मुताबक भी विसाख सुदी 3 ही धन गुरु नानक पातशाह का प्रकाश दिहाड़ा जिहड़ा है वो मन्निया गया। भाई मनी सिंह महिमा प्रकाश की गल की है, जिहड़ी काव्य रचना है उहदे विच भी जो 1776 भी छपी है, उहदे विच भी इसे तरीके नाल वर्णन है। भाई मनी सिंह जी वाली जन्म साखी जिहड़ी 1790 भी छपी है, उहदे विच भी धन गुरु नानक पातशाह का प्रकाश दिहाड़ा तेरा विसाख सुदी 3 लिखा गया। सुखवासी राम दा गुरु नानक वंश प्रकाश जिसकी रचना 1815 ईस्वी में हुई है, उहदे विच भी इसे तरह ने विसाख सुदी 3 गुरु नानक पातशाह का प्रकाश दिहाड़ा अंकित है। इस तो अलावा डॉक्टर प्यारा सिंह जी वालों रची आद साखियां की भूमिका विच गुरु नानक पातशाह बारे हथ लिखित जन्म साखियां अते जन्म मितियां का वेरवा इस प्रकार दिता गया है। कोलब्रुक वाली विसाख सुदी 3
प्रोफेसर प्रीतम सिंह जी ने विसाख सुदी 3, हाफजाबाद वाली विसाख विच भी विसाख सुदी 3, खालसा कॉलेज वाली विसाख सुदी 3, सिख रैफरेंस लाइब्रेरी विच भी विसाख सुदी 3 और सेंट्रल पब्लिक लाइब्रेरी विसाख सुदी 3 1526 ही अंकित कर दिया हैं। हुण पंथ दे महान विद्वान जिन्होंने सिख इनसाइक्लोपीडिया महान कोश लिखा है, उन्होंने जो गुरु साहब का प्रकाश दिहाड़ा लिखा है वो विसाख सुदी 3 ही 20 विसाख लिखते हैं। केवल बाले वाली जन्म साखी विच जिसकी रचना तकरीबन 1658 ईस्वी के लगभग हुई मनी जाती है, गुरु नानक साहब की जन्म तिथि कतक पूर्णमासी दी गई है। इसे जन्म साखी के आधार पर भाई संतोख सिंह जी ने नानक प्रकाश ਅਤੇ ਗਿਆਨੀ ਗਿਆਨ ਸਿੰਘ ਜੀ ਨੇ ਪੰਥ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਲਿਖਿਆ ਹੈ, ਜਿਵੇਂ ਮੈਂ ਉੱਪਰ ਬੇਨਤੀ ਕੀਤੀ ਹੈ। ਇਸ ਵੀ ਜਨਮ ਤਿਥੀ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਵਸ ਦੀ ਕਤਕ ਪੂਰਨਮਾਸ਼ੀ ਲਿਖ ਦਿੱਤੀ ਹੈ। ਭਾਈ ਬਾਲੇ ਵਾਲੀ ਜਨਮ ਸਾਖੀ ਪਰਚੀ ਬਾਬਾ ਹੰਦਾਲ ਦੇ ਪ੍ਰਭਾਵ ਅਧੀਨ ਲਿਖੀ ਗਈ ਸੀ। ਇਹ ਵੀ ਨੋਟ ਕਰਨ ਵਾਲੀ ਗੱਲ ਹੈ ਕਿ ਹੰਦਾਲੀਏ ਔਰ ਨਿਰੰਜਨੀਏ ਜਿਹੜੇ ਹਨ, ਇਹਨਾਂ ਨੇ ਇਹ जो प्रकाश दिहाड़ा है गुरु नानक पातशाह का उन्होंने कतक विच फैलाने वास्ते बड़ी वड्डी भूमिका जिहड़ी है वो अदा की है। मसंत माई दास उर्फ सुंदर सिंह वालों रचे गुरु हंदाल प्रकाश ग्रंथ विच लिखा है, और मैं कोट कर रहा, नानक शाही 427 ब्रैकेट विच 1896 ईस्वी विच जो जन्म साखी श्री गुरु नानक देव जी की छपी है, उसने 4-5 साखियों में श्री सतगुरु हंदाल जी का प्रगट होना श्री गुरु नानक देव जी ने भविक शब्दों में अच्छी तरह खोल के दसिया है। अते पुरानिया जन्म साखियों में इन्हां 5 साखियों में श्री गुरु हंदाल जी की महिमा इसे तरह ते रोशनी पाई जाती है। बाले वाली जन्म साखी का उद्देश गुरु नानक साहब जी की लोकप्रियता ਅਤੇ ਸਤਕਾਰ ਦੀ ਆੜ ਵਿੱਚ ਹੰਦਾਲ ਦੀ ਉਤਮਤਾ ਸਥਾਪਿਤ ਕਰਨਾ ਅਤੇ ਗੁਰੂ ਸਾਹਿਬ ਦੇ ਮੁਕਾਬਲੇ ਹੰਦਾਲ ਨੂੰ ਵਧਾਉਣਾ ਹੈ। ਆਪ ਜੀ ਵੀਰ ਇਹ ਨੋਟ ਕਰਨ ਕਿ ਕਿੱਥੇ ਸ੍ਰੀ ਚੰਦ ਜੀ ਨੂੰ ਵੀ ਗੁਰੂ ਸਾਬਤ ਕਰਨ ਦੀ ਗੱਲ ਹੈ, ਇਹ ਤੇ ਜੋ ਹੰਦਾਲੀਆ ਹੈ ਉਸ ਨੂੰ ਵੀ ਗੁਰੂ ਨਾਨਕ ਪਾਤਸ਼ਾਹ ਦੇ ਬਰਾਬਰ ਦੀ ਜਿਹੜਾ ਹੈ ਉਹ ਗੁਰੂ ਸਿੱਧ ਕਰਨ ਦਾ ਇਹ ਅਟੈਂਪਟ ਹੈ, ਜਿਸ ਸਦਕੇ ਉਹਨਾਂ ਨੇ ਕਤਕ ਦੀ ਪੂਰਨਮਾਸ਼ੀ ਵਾਲਾ ਦਿਨ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਸ ਨੂੰ ਪ੍ਰਚਾਰਿਆ। ਤਾਂ ਗੁਰੂ ਸਾਹਿਬ ਜੀ ਦੇ ਜਨਮ ਮਿਤੀ ਬਾਰੇ ਗਲਤ ਬਿਆਨੀਆਂ ਦੇ ਨਾਲ ਇਸ ਜਨਮ ਸਾਖੀ ਵਿੱਚ ਗੁਰੂ ਨਾਨਕ ਸਾਹਿਬ ਦਾ ਨਿਰਾਦਰ ਕਰਨ ਵਾਲੀਆਂ ਕਈ ਅਪਮਾਨਜਨਕ ਸਾਖੀਆਂ ਵੀ ਦਰਜ ਹਨ। ਸਵਾਲ ਇਹ ਉੱਠਦਾ ਹੈ ਕਿ ਇਸ ਝੂਠ ਦੇ ਪਲੰਦੇ ਦੇ ਮੁਕਾਬਲੇ ਹੋਰ ਪੁਰਾਤਨ ਅਤੇ ਭਰੋਸੇਯੋਗ ਜਨਮ ਸਾਖੀਆਂ ਸਿੱਖ ਸ਼ਰਧਾਲੂਆਂ ਵਿੱਚ ਪ੍ਰਵਾਨ ਅਤੇ ਪ੍ਰਚਲਿਤ ਕਿਉਂ ਨਹੀਂ ਹੋ ਸਕੀਆਂ? ਕਿ ਇਸ ਪਿੱਛੇ ਕੋਈ ਸਾਜ਼ਿਸ਼ ਸੀ ਜਾਂ ਇਹ ਕੇਵਲ ਸ਼ਰਧਾਲੂਆਂ ਦੀ ਅਗਿਆਨਤਾ ਜਾਂ ਲਾਪਰਵਾਹੀ ਦਾ ਹੀ ਸਿੱਟਾ ਸੀ? ਕਾਰਨ ਕੁਝ ਵੀ ਹੋਵੇ, ਵੱਡੇ ਪ੍ਰਕਾਸ਼ਕਾਂ ਨੇ ਜਿਨ੍ਹਾਂ ਵਿੱਚ ਚਿਰਾਗ ਦੀਨ, ਕੁਤਬ ਫਰੋਸ਼ ਲਾਹੌਰ ਅਤੇ ਰਾਏ ਸਾਹਿਬ ਮੁਨਸ਼ੀ ਗੁਲਾਬ ਸਿੰਘ ਲਾਹੌਰ ਸ਼ਾਮਲ ਹਨ, ਬਾਲੇ ਵਾਲੀ ਜਨਮ ਸਾਖੀ ਨੂੰ ਹੀ ਵਪਾਰਕ ਦ੍ਰਿਸ਼ਟੀਕੋਣ ਤੋਂ ਲਾਭਦਾਇਕ ਸਮਝਦਿਆਂ ਦੂਜੀਆਂ ਭਰੋਸੇਯੋਗ ਅਤੇ ਜ਼ਿਆਦਾ ਸਹੀ ਜਨਮ ਸਾਖੀਆਂ ਦੀ ਅਣਦੇਖੀ ਕਰਦਿਆਂ ਇਸ ਜਨਮ ਸਾਖੀ ਨੂੰ ਬਾਰ-ਬਾਰ ਪ੍ਰਕਾਸ਼ਿਤ ਕਰਕੇ ਸਿੱਖ ਜਗਤ ਵਿੱਚ ਇਸ ਦਾ ਪ੍ਰਚਾਰ ਕੀਤਾ ਤੇ ਇਸ ਨੂੰ ਪ੍ਰਸਿੱਧ ਕੀਤਾ। ਇਹਨਾਂ ਪ੍ਰਕਾਸ਼ਕਾਂ ਨੇ ਇਸ ਜਨਮ ਸਾਖੀ ਦਾ ਪਾਠਕਾਂ ਵਿੱਚ ਭਰੋਸਾ ਜਿੱਤਣ ਅਤੇ ਇਸ ਦੀ ਮੰਗ ਅਤੇ ਵਿਕਰੀ ਵਧਾਉਣ ਲਈ ਇਸ ਵਿੱਚੋਂ ਕਈ ਇਤਰਾਜ਼ਯੋਗ ਸਾਖੀਆਂ ਕੱਢ ਦਿੱਤੀਆਂ। ਇਸ ਲਈ ਬਾਲੇ ਵਾਲੀ ਮੂਲ ਹੱਥ ਲਿਖਤ ਜਨਮ ਸਾਖੀ ਅਤੇ ਬਾਅਦ ਵਿੱਚ ਪ੍ਰਕਾਸ਼ਿਤ ਜਨਮ ਸਾਖੀਆਂ ਵਿੱਚ ਅੰਤਰ ਹੈ। ਮੈਂ ਬੇਨਤੀ ਕਰਾਂ ਕਿ ਇਹ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ਐਨਾਲਿਸਿਸ ਸਾਡੇ ਹੀ ਇਸ ਕਲਾਸ ਦੇ ਅੰਦਰ ਵੀਰ ਪ੍ਰਭ ਕੀਰਤਨ ਸਿੰਘ ਜੀ ਨੇ ਕੀਤਾ ਹੈ ਔਰ ਨਿਖੇੜ ਕੇ ਦੱਸਿਆ ਹੈ।
ਤੋ ਪ੍ਰਕਾਸ਼ਕਾਂ ਦੇ ਲੋਭ ਦੇ ਨਾਲ ਸਿੱਖ ਸ਼ਰਧਾਲੂਆਂ ਦੀ ਬਹੁ ਗਿਣਤੀ ਦੀ ਲਾਪਰਵਾਹੀ ਅਤੇ ਅਗਿਆਨਤਾ ਵੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਝੂਠ ਨੂੰ ਮਾਨਤਾ ਦੇਣ ਅਤੇ ਪ੍ਰਸਿੱਧ ਕਰਨ ਲਈ ਜ਼ਿੰਮੇਵਾਰ ਹੈ। ਕੱਤਕ ਪੂਰਨਮਾਸ਼ੀ ਦੇ ਸਮਰਥਨ ਵਿੱਚ ਇੱਕ ਵਿਲੱਖਣ ਤੱਥ ਹੋਰ ਵੀ ਸਾਹਮਣੇ ਪ੍ਰਗਟ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਲੱਗਦਾ ਸੀ, ਜਿਵੇਂ ਮੈਂ ਉੱਤੇ ਬੇਨਤੀ ਕੀਤੀ ਹੈ। ਤੋ ਇਸ ਨੂੰ ਵੀ ਗਿਆਨੀ ਸੰਤ ਸਿੰਘ ਜੀ, ਜੋ ਉਸ ਵੇਲੇ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਨ ਅੰਮ੍ਰਿਤਸਰ ਸਾਹਿਬ ਦੇ, ਉਹਨਾਂ ਨੇ ਇਸ ਨੂੰ ਜਿਹੜਾ ਹੈ ਸਿੱਖਾਂ ਨੂੰ ਉਸ ਮੇਲੇ ਜਿਹੜੇ ਜਾਂਦੇ ਸਨ ਉਹਨਾਂ ਨੂੰ ਵਾਪਸ ਮੋੜਨ ਲਈ ਇਹ ਕਹਿ ਦਿੱਤਾ ਕਿ ਜੋ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਉਹ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ, ਤੇ ਇਸ ਕਰਕੇ ਉਹ ਰਾਮ ਤੀਰਥ ਨਾ ਜਾਣ ਤੇ ਉਹ ਦਰਬਾਰ ਸਾਹਿਬ ਵਿੱਚ ਆਉਣੇ ਜਿਹੜੇ ਹਨ ਸ਼ੁਰੂ ਹੋ ਗਏ। ਸਿੰਘ ਸਭਾਵਾਂ ਦੇ ਬਹੁਤੇ ਵਿਦਵਾਨਾਂ ਨੂੰ ਇਹ ਗਿਆਨ ਸੀ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਕੱਤਕ ਵਿੱਚ ਨਹੀਂ ਵਿਸਾਖ ਵਿੱਚ ਹੋਇਆ ਸੀ, ਪਰ ਉਹਨਾਂ ਕੱਤਕ ਪੂਰਨਮਾਸ਼ੀ ਨੂੰ ਜਨਮ ਉਤਸਵ ਮਨਾਉਣ ਤੇ ਇਤਰਾਜ਼ ਨਹੀਂ ਕੀਤਾ। ਇਸ ਦਾ ਕੀ ਕਾਰਨ ਹੈ, ਇਸ ਨੂੰ ਘੋਖਣ ਦੀ ਲੋੜ ਹੈ। ਅੱਜ ਵੀ ਇਹ ਜਾਣਦੇ ਹੋਏ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵਿਸਾਖ ਸੁਦ ਦੀ 3 ਹੈ, ਸਾਰਾ ਸਿੱਖ ਜਗਤ ਗੁਰੂ ਸਾਹਿਬ ਦਾ ਪ੍ਰਕਾਸ਼ ਦਿਵਸ ਕੱਤਕ ਪੂਰਨਮਾਸ਼ੀ ਨੂੰ ਮਨਾ ਰਿਹਾ ਹੈ। ਐਸੀ ਕੀ ਮਜਬੂਰੀ ਹੋ ਸਕਦੀ ਹੈ ਕਿ ਸਿੱਖ ਜਗਤ ਨੂੰ ਆਪਣੇ ਧਰਮ ਦੇ ਬਾਨੀ ਬਾਰੇ ਅਜਿਹੇ ਕੁਝ ਦੁਖਦਾਈ ਝੂਠ ਦੀ ਪੁਸ਼ਟ ਪੜਾਈ ਕਰਨੀ ਪੈ ਰਹੀ ਹੈ। ਸਿੱਖ ਸ਼ਰਧਾਲੂ ਆਪਣੇ ਇਸ਼ਟ ਦੇ ਜੀਵਨ ਨਾਲ ਜੁੜੇ ਸੱਚ ਨੂੰ ਪ੍ਰਗਟਾਉਣ ਲਈ ਹਿੰਮਤ ਜਟਾਉਣ ਦੇ ਅਸਮਰਥ ਕਿਉਂ ਹਨ? ਸਿੱਖ ਜਗਤ ਦੀ ਇਸ ਤਰਾਸਦੀ ਦੇ ਮੂਲ ਕਾਰਨ ਬਾਰੇ ਸੰਖੇਪ ਵਿਚਾਰ ਕਰਨੀ ਜਿਹੜੀ ਹੈ ਉਹ ਲੋੜੀਂਦੀ ਹੈ। ਸਿੱਖ ਜਗਤ ਦੀ ਤਰਾਸਦੀ ਦਾ ਮੁੱਖ ਕਾਰਨ ਇਸ ਦਾ ਗੁਰਬਾਣੀ ਦੇ ਅਧਿਆਤਮਕ ਗਿਆਨ ਬਾਰੇ ਚਿੰਤਾਜਨਕ ਬੇਰੁਖੀ ਅਤੇ ਅਗਿਆਨਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੋਈ ਸੰਸਾਰਕ ਜਾਣਕਾਰੀ ਜਾਂ ਇੱਛਾ ਪੂਰਕ ਮੰਤਰ ਨਹੀਂ ਹੈ। ਇਹ ਤੇ ਅਧਿਆਤਮਕ ਗਿਆਨ ਹੈ। ਗੁਰੂ ਸਾਹਿਬਾਨ ਨੇ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਅਧਿਆਤਮਕ ਗਿਆਨ ਦਾ ਹੀ ਪ੍ਰਚਾਰ ਕੀਤਾ ਹੈ, ਕਿਸੇ ਸੰਸਾਰਕ ਜਾਣਕਾਰੀ ਦਾ ਨਹੀਂ। ਸੰਸਾਰ ਨੂੰ ਤੇ ਗੁਰਬਾਣੀ ਜੰਮਣ ਮਰਨ ਦੇ ਗੇੜ ਵਿੱਚ ਪਲ ਪਲ ਬਦਲ ਰਹੀ ਅਤੇ ਤ੍ਰੈਗੁਣੀ ਮਾਇਆ ਦੇ ਪ੍ਰਭਾਵਹੀਨ ਪ੍ਰਭਾਵ ਖੇਡ ਅਤੇ ਅਧਿਆਤਮਕ ਗਿਆਨ ਦੀ ਵਿਰੋਧੀ ਆਖਦੀ ਹੈ। ਸਹੀ ਅਰਥਾਂ ਵਿੱਚ ਸੰਸਾਰ ਅਤੇ ਇਸ ਦੇ ਸਮਾਜ ਗੁਰਬਾਣੀ ਦੇ ਅਧਿਆਤਮਕ ਗਿਆਨ ਦਾ ਵਿਸ਼ਾ ਹੀ ਨਹੀਂ ਹਨ, ਕਿਉਂਕਿ ਗੁਰਬਾਣੀ ਅਨੁਸਾਰ ਇਹ ਜਗ ਜਨਮਿਆ ਦੂਜੇ ਪਾਏ, ਸ੍ਰੀ ਗੁਰੂ ਗ੍ਰੰਥ ਸਾਹਿਬ ਅੰਕ 161। ਗੁਰਬਾਣੀ ਦੇ ਅਧਿਕ ਪ੍ਰਭੂ ਮਨੁੱਖੀ ਮਨ ਅਤੇ ਆਤਮਾ ਦੇ ਸੰਬੰਧਾਂ ਦਾ ਗਿਆਨ ਹੈ ਅਤੇ ਮਨੁੱਖ ਨੂੰ ਸੰਸਾਰ ਵਿੱਚ ਵਿਚਰ ਰਹੀ ਮਾਇਆ ਦੇ ਮਨੁੱਖੀ ਮਨ ਨੂੰ ਕੁਚਲਾਉਣ ਦੀਆਂ ਵਿਉਂਤਾਂ ਤੋਂ ਸੁਚੇਤ ਕਰਦੀ ਹੈ। ਗੁਰਬਾਣੀ ਸਮਾਜ ਦੀਆਂ ਰਾਜਸੀ ਗਤੀਵਿਧੀਆਂ ਨੂੰ ਤੁੱਛ ਸਮਝਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਉਪਰੰਤ ਦਰਬਾਰ ਸਾਹਿਬ ਦੇ ਤੇ ਮੀਨਿਆਂ ਨੇ ਕਬਜ਼ਾ ਕਰਕੇ ਗੁਰਬਾਣੀ ਨੂੰ ਅਧਿਆਤਮਕ ਗਿਆਨ ਦੀ ਥਾਂ ਸੰਸਾਰਕ ਪ੍ਰਾਪਤੀਆਂ ਦਾ ਸਾਧਨ ਪ੍ਰਚਾਰਾਂ ਦੀ ਪਿਰਤ ਪਾ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੋਤੀ-ਜੋਤ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੁਗਲ ਸ਼ਾਸਨ ਤੇ ਆਕਰਮਣ ਉਪਰੰਤ ਉਦਾਸੀ ਅਤੇ ਨਿਰਮਲੇ ਸਾਧੂਆਂ ਨੇ ਗੁਰਬਾਣੀ ਪ੍ਰਚਾਰ ਦੇ ਸਾਰੇ ਧਾਰਮਿਕ ਸਥਾਨਾਂ ਤੇ ਕਬਜ਼ੇ ਕਰਕੇ ਗੁਰਬਾਣੀ ਦੀ ਵਿਆਖਿਆ ਵਿੱਚ ਸ਼ਰਧਾਲੂਆਂ ਦੀਆਂ ਸੰਸਾਰਕ ਇੱਛਾਵਾਂ ਦੀ ਤ੍ਰਿਪਤੀ ਨੂੰ ਸੰਮਿਲਿਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਮੂਰਤੀ ਪੂਜਾ ਨਾਲ ਜੁੜੇ ਕਰਮ ਕਾਂਡਾਂ ਨੂੰ ਗੁਰਬਾਣੀ ਉਪਦੇਸ਼ ਨਾਲ ਰਲ-ਗੜ ਕਰਕੇ ਨਵੇਂ ਅਤੇ ਵੱਖਰੇ ਕਰਮ ਕਾਂਡ ਚਾਲੂ ਕਰ ਦਿੱਤੇ ਸਨ। ਇਹਨਾਂ ਗੁਰਮਤਿ ਵਿਰੋਧੀ ਸ਼ਕਤੀਆਂ ਨੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬਦਲ ਦਿੱਤਾ। ਇਹ ਗੁਰਮਤਿ ਵਿਰੋਧੀ ਪਰੰਪਰਾ ਸਿੱਖ ਮਿਸਲਾਂ ਮਹਾਰਾਜਾ ਰਣਜੀਤ ਸਿੰਘ ਅਤੇ 19ਵੀਂ ਸਦੀ ਦੇ ਅਖੀਰ ਤੱਕ ਬਰਕਰਾਰ ਰਹੀ। ਇਸ ਸਿਲਸਿਲੇ ਦੇ ਸੰਦਰਭ ਵਿੱਚ ਇੱਕ ਹੋਰ ਤੱਥ ਵੀ ਧਿਆਨਯੋਗ ਹੈ। ਉਹਨਾਂ ਸਮਿਆਂ ਵਿੱਚ ਧਰਮ ਦਾ ਸੰਕਲਪ ਅਧਿਆਤਮਤਾ ਅਤੇ ਨੈਤਿਕਤਾ ਤੱਕ ਹੀ ਸੀਮਤ ਸੀ, ਬਲਕਿ ਗੁਰਬਾਣੀ ਤੇ ਧਰਮ ਨੂੰ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਨ, ਸੁਖਮਨੀ ਸਾਹਿਬ ਪੰਨਾ 266 ਵਿੱਚ ਦਰਸਾਇਆ ਗਿਆ।
ਧਰਮ ਨੂੰ ਕੋਈ ਸਮਾਜਿਕ ਸੰਗਠਨ, ਸੰਸਥਾ ਜਾਂ ਗੁੱਟ ਨਹੀਂ ਸਮਝਿਆ ਜਾਂਦਾ ਸੀ ਅਤੇ ਧਰਮ ਪ੍ਰਚਾਰ ਬਹੁਤ ਹੱਦ ਤੱਕ ਫਿਰਕੂ ਭਾਵਨਾਵਾਂ ਤੋਂ ਰਹਿਤ ਹੁੰਦਾ ਸੀ। ਇਸ ਦੇ ਉਲਟ ਇਸਲਾਮ ਅਤੇ ਪੱਛਮ ਵਿੱਚ ਧਰਮ ਨੂੰ ਇੱਕ ਸਮਾਜਿਕ ਗੁੱਟ ਦੀ ਪ੍ਰਤੀਨਿਧਤਾ ਕਰਦਾ ਮੰਨਿਆ ਜਾਂਦਾ ਸੀ। ਪੱਛਮੀ ਧਾਰਮਿਕ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਸਿੱਖ ਸਭਾਵਾਂ ਨੇ ਗੁਰਮਤ ਨੂੰ ਸਮਾਜਿਕ ਸੰਗਠਨਾਂ ਨਾਲ ਜੋੜ ਕੇ ਸਿੱਖ ਧਰਮ ਦਾ ਸਮਾਜਿਕ ਸੰਕਲਪ ਘੜ ਲਿਆ। ਸਿੱਖ ਰਹਿਤ ਮਰਿਆਦਾ ਨੇ ਗੁਰਮਤ ਨੂੰ ਹੀ ਇੱਕ ਵਿਸ਼ੇਸ਼ ਸਮਾਜਿਕ ਸੰਗਠਨ ਤੇ ਸੰਸਾਰਕ ਅਨੁਸ਼ਾਸਨ ਵਿੱਚ ਬਦਲਿਆ। ਉਸਨੇ ਸਿੱਖ ਦੀ ਤਾਰੀਫ ਨਿਸ਼ਚਿਤ ਕਰਕੇ ਗੁਰਬਾਣੀ ਦੇ ਮਾਨਵਤਾ ਲਈ ਸਾਂਝੇ ਉਪਦੇਸ਼ ਨੂੰ ਅੰਮ੍ਰਿਤਧਾਰੀ ਸਿੱਖ ਸ਼ਰਧਾਲੂਆਂ ਤੱਕ ਜਿਹੜਾ ਹੈ ਇਸ ਨੂੰ ਫੈਲਾ ਦਿੱਤਾ। ਰਹਿਤ ਮਰਿਆਦਾ ਨੇ ਸੰਗਤ ਵਿੱਚ ਗੁਰਬਾਣੀ ਦੇ ਪਾਠ, ਕੀਰਤਨ ਅਤੇ ਕਥਾ ਕਰਨ ਦਾ ਅਧਿਕਾਰ ਵੀ ਕੇਵਲ ਅੰਮ੍ਰਿਤਧਾਰੀ ਸਿੱਖਾਂ ਨੂੰ ਸੌਂਪ ਕੇ ਸਿੱਖੀ ਦੀ ਨਰਵਾਪਨ ਜਿਹੜਾ ਹੈ ਉਸ ਨੂੰ ਸਾਹਮਣੇ ਉਜਾਗਰ ਕੀਤਾ। ਕਿਉਂਕਿ ਧਾਰਮਿਕ ਸੰਗਠਨਾਂ ਵਿੱਚੋਂ ਰਾਜਸੀ ਅਭਿਲਾਸ਼ਾਵਾਂ ਉਤੇਜਿਤ ਹੋਣੀਆਂ ਸੁਭਾਵਕ ਹਨ, ਸਿੱਖ ਧਰਮ ਵੀ ਇੱਕ ਰਾਜਸੀ ਧੜਾ ਬਣ ਕੇ ਭਾਰਤੀ ਸਿਆਸਤ ਵਿੱਚ ਉੱਭਰ ਆਇਆ। ਇਸ ਤਰ੍ਹਾਂ ਪਹਿਲਾਂ ਗੁਰਬਾਣੀ ਦੀ ਲੋਕਪ੍ਰਿਯਤਾ ਤੋਂ ਲਾਭ ਉਠਾਉਣ ਦੇ ਅਭਿਲਾਸ਼ੀਆਂ ਨੇ ਗੁਰਬਾਣੀ ਦੇ ਅਧਿਆਤਮਕ ਗਿਆਨ ਦੁਆਲੇ ਦੁਨਿਆਵੀ ਪ੍ਰਾਪਤੀਆਂ ਅਤੇ ਕਰਮ ਕਾਂਡਾਂ ਦਾ ਭਰਮ ਜਾਲ ਬੁਣ ਛੱਡਿਆ ਅਤੇ ਫਿਰ ਰਾਜ ਸ਼ਕਤੀਆਂ ਦੇ ਪ੍ਰੇਮੀਆਂ ਨੇ ਉਸ ਨੂੰ ਰਾਜਸੀ ਕਾਮਨਾਵਾਂ ਵਿੱਚ ਉਲਝਾ ਕੇ ਲੋਪ ਕਰ ਦਿੱਤਾ। ਅੱਜ ਸਿੱਖ ਅਖਵਾਉਣ ਵਾਲੇ ਬਹੁਤੇ ਵਿਅਕਤੀਆਂ ਵਿੱਚ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਬਾਰੇ ਚਿੰਤਾਜਨਕ ਅਗਿਆਨਤਾ ਹੈ। ਉਹਨਾਂ ਦੀ ਸਿੱਖ ਧਰਮ ਬਾਰੇ ਜਾਣਕਾਰੀ ਰਹਿਤ ਮਰਿਆਦਾ ਦੀ ਅਰਦਾਸ ਵਿੱਚ ਦਿੱਤੇ ਇਤਿਹਾਸ, ਗੁਰਦੁਆਰੇ, ਲੰਗਰ, ਜਲਸੇ, ਜਲੂਸ, ਵਿਸ਼ੇਸ਼ ਪਹਿਰਾਵੇ, ਪੱਗ ਮੁਕਾਬਲੇ ਅਤੇ ਖੇਡ ਤਮਾਸ਼ਿਆਂ ਤੱਕ ਸੀਮਤ ਹੈ। ਜਿਨ੍ਹਾਂ ਧਾਰਮਿਕ ਆਗੂਆਂ ਨੇ ਆਪਣੇ ਸਵਾਰਥ ਲਈ ਗੁਰਬਾਣੀ ਦੀ ਅਧਿਆਤਮਕ ਵਿਚਾਰਧਾਰਾ ਨੂੰ ਹੀ ਸਿੱਖ ਰਹਿਤ ਮਰਿਆਦਾ ਦੀ ਸਮਾਜਿਕ ਨਿਯਮਾਵਲੀ ਵਿੱਚ ਜਿਹੜਾ ਬਦਲਿਆ ਤੇ ਉਹਨਾਂ ਤੋਂ ਗੁਰਬਾਣੀ ਦੇ ਸੱਚ ਦੇ ਸੰਚਾਰ ਅਤੇ ਗੁਰਬਾਣੀ ਦੀਆਂ ਜੀਵਨੀਆਂ ਦੀ ਹਕੀਕਤ ਬਿਆਨ ਕਰਨ ਦੀ ਕੀ ਜਿਹੜੀ ਹੈ ਉਹ ਆਸ ਹੋ ਸਕਦੀ ਹੈ। ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਆਗੂਆਂ ਨੇ ਗੁਰਬਾਣੀ ਦੀ ਮਾਨਵਤਾ ਦੇ ਕਲਿਆਣ ਅਤੇ ਅਗਵਾਈ ਲਈ ਰਚੀ ਅਤੇ ਉੱਤਮ ਧਾਰਮਿਕ ਵਿਚਾਰਧਾਰਾ ਨੂੰ ਬੇਮਤਲਬ ਕਰਮ ਕਾਂਡਾਂ ਵਿੱਚ ਉਲਝਾਓ ਕੇ ਭਰਮਾਓ ਅਤੇ ਅਰਥਹੀਨ ਬਣਾ ਦਿੱਤਾ। ਇਹਨਾਂ ਸਵਾਰਥੀ ਆਗੂਆਂ ਦੀਆਂ ਕਾਰਗੁਜ਼ਾਰੀਆਂ ਕਾਰਨ ਹੀ ਸਿੱਖ ਧਰਮ ਦਿਨ ਪਰ ਦਿਨ ਗਿਰਾਵਟ ਵੱਲ ਨੂੰ ਜਾ ਰਿਹਾ ਹੈ। ਸਿੱਖ ਧਰਮ ਇਹਨਾਂ ਸਵਾਰਥੀ ਲੋਕਾਂ ਦੀ ਜਾਗੀਰ ਜਾਂ ਮਲਕੀਅਤ ਨਹੀਂ ਹੈ। ਜਾਗਰੂਕ ਸਿੱਖ ਸੰਸਥਾਵਾਂ ਅਤੇ ਸ਼ਰਧਾਲੂਆਂ ਨੂੰ ਸਿੱਖ ਧਰਮ ਦੀ ਸਥਿਤੀ ਹੋਰ ਵਿਗੜਨ ਤੋਂ ਰੋਕਣ ਲਈ ਉਚਿਤ ਕਦਮ ਚੁੱਕਣੇ ਚਾਹੀਦੇ ਹਨ। ਉਹਨਾਂ ਨੂੰ ਗੁਰਬਾਣੀ ਅਤੇ ਸਿੱਖ ਧਰਮ ਨਾਲ ਸੰਬੰਧਿਤ ਮਸਲਿਆਂ ਨੂੰ ਸਹੀ ਢੰਗ ਨਾਲ ਨਜਿੱਠਣ ਲਈ ਅੱਗੇ ਆਉਣਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਜਿਵੇਂ ਕਈਆਂ ਦੀ ਵਿਚਾਰਧਾਰਾ ਹੈ ਕਿ ਸਾਨੂੰ ਕੀ ਕਉ ਨ੍ਰਿਪ ਹੈ ਹਮੇ ਕਿਆ ਹੋਇਆ ਹੈ, ਕਿ ਜਿਵੇਂ ਪੁਰਾਣੇ ਸਮੇਂ ਅੰਦਰ ਕਿ ਕੋਈ ਵੀ ਰਾਜਾ ਹੋਵੇ ਸਾਨੂੰ ਕੀ ਹੈ, ਤੇ ਕੋਈ ਵਿਗਾੜ ਹੋਏ ਉਸ ਨੂੰ ਸਹੀ ਜਾਂਦੇ ਸਨ। ਜਿਵੇਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਅੰਦਰ ਵੀ ਸੀਗਾ ਕਿ ਜਿਹੜੇ ਕਾਜੀ ਸਨ ਉਹ ਵੀ ਝੂਠ ਬੋਲ ਰਹੇ ਸਨ, ਜਿਹੜੇ ਬ੍ਰਾਹਮਣ ਸੀ ਉਹ ਵੀ ਲੁੱਟ ਖਸੁੱਟ ਕਰ ਰਿਹਾ ਸੀਗਾ ਤੇ ਸਾਰੇ ਪਾਸੇ ਲੁੱਟ ਖਸੁੱਟ ਦਾ ਮਾਹੌਲ ਸੀ। ਕਿਉਂਕਿ ਆਮ ਪ੍ਰਜਾ ਜਿਹੜੀ ਸੀ ਉਹ ਨਹੀਂ ਸੀ, ਉਹ ਸੁਚੇਤ ਨਹੀਂ ਸੀ ਤੇ ਉਹ ਕਿਸੇ ਵੀ ਸੁਧਾਰਵਾਦੀ ਬਿਰਤੀ ਨੂੰ ਆਪਣੇ ਅੰਦਰ ਨਹੀਂ ਸਨ ਆਉਣ ਦਿੰਦੇ, ਡਰੇ ਹੋਏ ਸਨ। ਗੁਰੂ ਨਾਨਕ ਸਾਹਿਬ ਜੀ ਦਾ ਜਨਮ ਉਤਸਵ ਵਿਸਾਖ ਸੁਦੀ 3 ਹੈ। ਉਸ ਨੂੰ ਵਿਸਾਖ ਵਿੱਚ ਸਹੀ ਦਿਨ ਹੀ ਮਨਾਉਣਾ ਚਾਹੀਦਾ ਹੈ। ਅਮਰੀਕਾ, ਕੈਨੇਡਾ, ਯੂਕੇ ਅਤੇ ਹੋਰ ਦੇਸ਼ਾਂ ਦੇ ਗੁਰਦੁਆਰਾ ਪ੍ਰਬੰਧਕਾਂ ਅਤੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਜਨਮ ਦਿਨ ਨਾਲ ਹੋ ਰਹੇ ਖਿਲਵਾੜ ਬਾਰੇ ਸੁਚੇਤ ਕਰਨ ਦੀ ਲੋੜ ਹੈ। ਉਹਨਾਂ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਵਸ ਸਹੀ ਦਿਨ ਮਨਾਉਣ ਲਈ ਪ੍ਰੇਰਿਤ ਕਰਨ ਲਈ ਸਿੱਖ ਜਗਤ ਵਿੱਚ ਸੱਚ ਦੇ ਰਾਹ ਤੇ ਚੱਲਣ ਦੇ ਰੁਝਾਨ ਨੂੰ ਵੀ ਉਤਸ਼ਾਹ ਮਿਲੇਗਾ। ਵਿਦੇਸ਼ੀ ਗੁਰਦੁਆਰਿਆਂ ਦੇ ਪ੍ਰਬੰਧਕ ਅਤੇ ਸੰਗਤਾਂ ਤੇ ਕਿਸੇ ਪ੍ਰਕਾਰ ਦਾ ਦਬਾਅ ਨਹੀਂ ਹੈ। ਉਹ ਇਹ ਸ਼ੁਭ ਕਾਰਜ ਕਰਨ ਦੇ ਸਮਰੱਥ ਹਨ। ਉਹਨਾਂ ਨੂੰ ਇਸ ਕਾਰਜ ਵਿੱਚ ਸਿੱਖ ਜਗਤ ਦੀ ਅਗਵਾਈ ਕਰਨ ਬਾਰੇ ਜਿਹੜਾ ਹੈ ਉਪਰਾਲਾ ਕਰਨਾ ਚਾਹੀਦਾ ਹੈ। ਇੱਥੇ ਇਹ ਵੀ ਗੱਲ ਵਰਣਨਯੋਗ ਹੈ ਕਿ ਜੋ ਪੁਰੇਵਾਲ ਜੀ ਨੇ ਇਹਨਾਂ ਕਠਿਨ ਕਾਲਨਾ ਕਰਕੇ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਬਣਾਇਆ ਸੀ, ਉਸ ਨੂੰ ਮੁੜ ਕਰਕੇ ਪੰਥ ਦੇ ਅੰਦਰ ਉਜਾਗਰ ਕਰਨ ਦੀ ਲੋੜ ਹੈ। ਉਸ ਵਾਸਤੇ ਸੈਮੀਨਾਰ ਹੋਣੇ ਚਾਹੀਦੇ ਹਨ, ਉਹਨਾਂ ਬਾਰੇ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਹਨ, ਉਹਨਾਂ ਦੇ ਬਾਰੇ ਲੈਕਚਰ ਹੋਣੇ ਚਾਹੀਦੇ ਨੇ ਤੇ ਆਮ ਗੁਰਦੁਆਰਿਆਂ ਦੇ ਵਿੱਚ ਅਗਰ ਇਹ ਪ੍ਰਥਾ ਸ਼ੁਰੂ ਹੋ ਜਾਏ ਤਾਂ ਮੈਨੂੰ ਪੂਰੀ ਆਸ ਹੈ ਕਿ ਇਹ ਜੋ ਵਿਗਾੜ
ਕੱਤੇ ਜਾਂ ਵਿਸਾਖ ਦਾ ਅੰਬਰ ਭੂਸਾ ਜਿਹੜਾ ਹੈ ਉਹ ਨਿਰਮਲਿਆਂ ਨੇ ਔਰ ਉਦਾਸੀਆਂ ਨੇ ਰਲ ਕੇ ਪਾਇਆ ਹੈ, ਉਸ ਤੋਂ ਸਾਡਾ ਖਹਿੜਾ ਛੁੱਟ ਸਕਦਾ ਹੈ। ਔਰ ਨਿਰੋਏ ਤੌਰ ਦੇ ਉੱਪਰ ਵਿਸਾਖੀ ਵਾਲੇ ਦਿਨ ਅਸੀਂ ਗੁਰੂ ਨਾਨਕ ਪਾਤਸ਼ਾਹ ਦਾ ਅਵਤਾਰ ਪੁਰਬ ਜਿਹੜਾ ਹੈ ਉਹ ਬੜੀ ਸ਼ਾਨ ਸ਼ੌਕਤ ਨਾਲ ਮਨਾ ਸਕਾਂਗੇ। ਤੋ ਵਿਚਾਰਾਂ ਕਰਦਿਆਂ ਕੱਤਕ ਦੇ ਵਿਸਾਖ ਦੇ ਬਾਰੇ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ। ਉਹ ਆਸ ਹੈ ਆਪ ਭੁੱਲਾਂ ਨੂੰ ਨਹੀਂ ਚਿਤਾਰੋਗੇ। ਤੇ ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।